जी हाँ, अकाल ट्रक एंड ट्रेलर सेंटर विनीपेग कैनेडा ਜਿਹੜੇ हर तरह ਦੀ ਮੇਜਰ ਤੇ ਮਾਈਨਰ ਟਰੱਕ ਐਂਡ ਟ੍ਰੇਲਰ ਰਿਪੇਅਰ ਕਰਦੇ हैं, DOT ਸੇਫਟੀ ਇੰਸਪੈਕਸ਼ਨਸ ਕਰਦੇ हैं। ਇਹ ਹਰ ਤਰ੍ਹਾਂ ਦੀ ਬ੍ਰੇਕਾਂ ਦੇ ਕੰਮ ਤੋਂ ਲੈ ਕੇ ਸਸਪੈਂਸ਼ਨ, ਟਾਇਰ ਇੰਸਟਾਲੇਸ਼ਨ, ਇਲੈਕਟ੍ਰਿਕ ਐਂਡ ਡਾਇਗਨੋਸ, ਰੀਬਿਲਡ, ਟਰਾਂਸਮਿਸ਼ਨ, डिफरेंशियल ਤੇ ਕਲਚ ਜੌਬਸ, ਆਇਲ ਚੇਂਜ, हर एक काम बड़ी तसल्ली नाल करते हैं जी। ये MPI अप्रूव्ड ने और हाँ ये सीजनल सर्विसेज भी प्रोवाइड करते हैं। 24 घंटे 7 दिन की सर्विसेज लई ते वधेरे जानकारी लई कॉल करो 204 459 2000 या फिर कॉल करो 204 777 0460। ਓਏ ਮੇਰੇ ਵੀਰ ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 360 652 6066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। ਉਹ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ? ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। जी हाँ, ड्रीमलाइनर एक्सप्रेस कंपनी कैलगरी अल्बर्टा कैनेडा, जिन्हां नूं साफ सुथरे रिकॉर्ड ते 2 साला तजर्बे वाले ड्राइवर्स ਦੀ ਲੋੜ ਹੈ। ਇਹਨਾਂ ਕੋਲ ਕੈਲਗਰੀ ਅਲਬਰਟਾ ਤੋਂ ਕੈਲੀਫੋਰਨੀਆ ਤੇ ਐਰੀਜ਼ੋਨਾ ਦੇ ਸਿੱਧੇ ਰਨ ਹੈ। ਇਹਨਾਂ ਕੋਲ ਡਰਾਈ ਤੇ ਰੀਫਰ ਲੋਡ ਵੀ ਹੈ। ਹੋਮ ਰਿਟਰਨ ਵਿਦਿਨ 5 ਡੇਜ਼, ਬਾਈ ਵੀਕਲੀ ਤੇ ਚੰਗੀ ਤਨਖਾਹ ਦਿੰਦੇ ਆ। ਔਰ ਹਾਂ, ਸਿੰਗਲ ਤੇ ਟੀਮਸ ਦੋਨਾਂ ਨੂੰ ਹਾਇਰ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ 403 404 9501 403 404 9501। ड्रीमलाइनर एक्सप्रेस कंपनी कैलगरी अल्बर्टा कैनेडा। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਸ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 855600 2064 ਅਤੇ 8556 02071। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਨੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 5196220660 ਜਾਂ quicktruckliube.com। QTL, because we care। ਹੁਣ ਟਰੱਕ ਚਲਾਉਣਾ ਸਿੱਖ ਕੇ ਕਰੋ ਕਮਾਈਆਂ। 2020 CDL ਡਰਾਈਵਿੰਗ ਸਕੂਲ ਫਰੈਡਰਿਕਸਬਰਗ ਵਰਜੀਨੀਆ ਵਿਖੇ, ਜਿੱਥੇ CDL ਕਲਾਸ A, B ਤੇ P ਦੀ ਟ੍ਰੇਨਿੰਗ, ਕਾਰਸ, ਬੱਸਿਸ, ਬਾਕਸ ਟਰੱਕ, ਕਮਰਸ਼ੀਅਲ ਟਰੈਕਟਰ ਟ੍ਰੇਲਰ ਵੀ ਚਲਾਉਣੇ ਸਿਖਾਏ ਜਾਂਦੇ ਨੇ। ਇੱਥੇ ਨਾ ਸਿਰਫ ਪੰਜਾਬੀ, ਹਿੰਦੀ, ਅੰਗਰੇਜ਼ੀ, ਉਰਦੂ ਤੇ ਸਪੈਨਿਸ਼ ਵਿੱਚ ਗੱਲਬਾਤ ਕਰਨ ਦੀ ਸਹੂਲਤ ਹੈ, ਸਗੋਂ ਰਿਹਾਇਸ਼ ਦਾ ਵੀ ਪ੍ਰਬੰਧ ਹੈ। ਅੱਜ ਹੀ ਸੰਪਰਕ ਕਰੋ ਸਨੀ ਨੂੰ 540 656 0985 ਤੇ। ਪ੍ਰੋਗਰਾਮ ਸ਼ਾਮਾਦਾਨ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ। ਮੇਰੇ ਨਾਲ ਸਰਦਾਰ ਬਖਤੌਰ ਸਿੰਘ ਢਿੱਲੋਂ ਹੋਰੀ ਇਸ ਵਕਤ ਜੁੜੇ ਹੋਏ ਨੇ। ਇਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਜੇਕਰ ਟਰੱਕਰ ਵੀਰ ਲੌਂਗ ਹਾਲ ਨਹੀਂ ਜਾਣਾ ਚਾਹੁੰਦੇ ਤੇ ਲੋਕਲ ਏਰੀਆ ਜੋਬ ਚਾਹੁੰਦੇ ਨੇ ਤੇ ਸ਼ਟਲ ਦੇ ਵਿੱਚ ਵਾਸ਼ਿੰਗਟਨ ਫਰੇਟ ਸਰਵਿਸ ਓਨਰ, ਆਪਰੇਟਰ ਤੇ ਡਰਾਈਵਰ ਹਾਇਰ ਕਰ ਰਹੀ ਹੈ ਜੀ। ਗੁਰਵਿੰਦਰ ਸਿੰਘ ਧਾਲੀਵਾਲ ਹੋਰਾਂ ਨਾਲ 206 354 4060 ਤੇ ਜਗਦੇਵ ਸੰਧੂ ਹੋਰਾਂ ਨਾਲ 253 266 6924 ਤੇ ਕਾਲ ਕਰ ਸਕਦੇ ਹੋ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਢਿੱਲੋਂ ਸਾਹਿਬ, ਚਰਚਾਵਾਂ ਫੇਰ ਜੁੜ ਪਈਆਂ ਨੇ। ਇਕਬਾਲ ਸਿੰਘ ਲਾਲਪੁਰਾ ਵੀ, ਅੱਜ ਮੈਂ ਪੂਰਾ ਤਾਂ ਨਹੀਂ ਸੁਣਿਆ, ਕਹਿ ਰਹੇ ਨੇ ਕਿ ਦੁਬਾਰਾ ਤੋਂ ਖੇਤੀ ਕਾਨੂੰਨ ਲਿਆਂਦੇ ਜਾਣਗੇ, ਸੁਧਰੇ ਹੋਏ ਕਾਨੂੰਨ ਲਿਆਂਦੇ ਜਾਣਗੇ। ਕੀ ਉਹਨਾਂ ਦਾ ਇਸ਼ਾਰਾ ਵਰੁਣ ਗਾਂਧੀ ਦੇ MSP ਦੇ ਬਿੱਲ ਵੱਲ ਤਾਂ ਨਹੀਂ? ਜੋ MSP ਦਾ ਬਿੱਲ ਲਿਆਤਾ ਵਰੁਣ ਗਾਂਧੀ ਨੇ, ਉਹ ਕੀ ਹੈ? ਦੇਖੋ, ਵਰੁਣ ਗਾਂਧੀ ਨੇ ਜਿਹੜਾ ਬਿੱਲ ਲਿਆਂਦਾ ਹੈ ਉਹ ਇੱਕ ਪ੍ਰਾਈਵੇਟ ਬਿੱਲ ਹੈ ਜੀ। ਉਹ ਬਿੱਲ ਉਹਨੇ ਲੋਕ ਸਭਾ 'ਚ ਜਮ੍ਹਾਂ ਕਰਵਾਤਾ ਹੈ, ਹਾਲੇ ਲੋਕ ਸਭਾ 'ਚ ਪੇਸ਼ ਹੋਣਾ। ਸਾਡੇ ਪਾਰਲੀਮੈਂਟ ਦਾ ਜਿਹੜਾ ਸਿਸਟਮ ਹੈ, ਵਿਧਾਨ ਸਭਾਵਾਂ ਦਾ ਜਿਹੜੀ ਪ੍ਰਣਾਲੀ ਹੈ ਜੀ, ਉਹਦੇ ਵਿੱਚ ਇਹ ਪ੍ਰਬੰਧ ਹੈ ਕਿ ਇਹ ਜ਼ਰੂਰੀ ਨਹੀਂ ਕਿ ਉਹੀ ਬਿੱਲ ਕਾਨੂੰਨ ਬਣਨਗੇ ਜਾਂ ਜਿਹੜੇ ਬਿੱਲ ਜਿਹੜੇ ਹੈ ਸਰਕਾਰ ਵੱਲੋਂ ਪੇਸ਼ ਕੀਤੇ ਜਾਣਗੇ। ਸਗੋਂ ਇਹ ਪ੍ਰਬੰਧ ਹੈ ਕਿ ਕੋਈ ਵੀ ਮੈਂਬਰ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਹੋਵੇ, ਉਹ ਆਪਣਾ ਬਿੱਲ ਪੇਸ਼ ਕਰ ਸਕਦਾ ਹੈ। ਕਿਸਾਨਾਂ ਬਾਰੇ ਆਪਾਂ ਜਾਣਦੇ ਹਾਂ
ਕਿ ਪਿਛਲੇ 1 ਸਾਲ ਤੋਂ ਕਿਸਾਨ ਜਿਹੜੇ ਹੈਗੇ ਹੈ ਉਹ ਜਦੋਜਹਿਦ ਕਰ ਰਹੇ ਸੀ, ਦਿੱਲੀ ਦੀਆਂ ਸਰਹੱਦਾਂ ਤੇ ਬੈਠੇ ਸੀ ਜੀ। ਔਰ ਫਿਰ 19 ਨਵੰਬਰ ਨੂੰ ਅਚਨਚੇਤ ਜਦੋਂ ਪ੍ਰਧਾਨ ਮੰਤਰੀ ਸਾਹਿਬ ਨੇ ਆ ਕੇ ਐਲਾਨ ਕੀਤਾ ਕਿ ਕਾਲੇ ਕਾਨੂੰਨ ਵਾਪਸ ਲਵਾਂਗੇ, ਤਾਂ ਫਿਰ ਉਸ ਵੇਲੇ ਇਹ ਆਸ ਬੱਝ ਗਈ ਸੀ ਕਿ ਉਹ ਵਾਪਸ ਆਉਣਗੇ ਜੀ। ਸਾਡੇ ਸਰੋਤਿਆਂ ਨੂੰ ਯਾਦ ਹੋਣਾ ਚੰਗੀ ਤਰ੍ਹਾਂ ਜਦੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਦੂਜੀ ਵਾਰ ਖੋਲ੍ਹਣ ਦਾ ਐਲਾਨ ਕੀਤਾ ਪ੍ਰਧਾਨ ਮੰਤਰੀ ਸਾਹਿਬ ਨੇ, ਐਸੇ ਪ੍ਰੋਗਰਾਮ ਦੇ ਵਿੱਚ ਉਦੋਂ ਆਪਾਂ ਇਹ ਗੱਲ ਕਹਿਤੀ ਸੀ ਕਿ ਲਾਂਘਾ ਕਰਤਾਰਪੁਰ ਸਾਹਿਬ ਦਾ ਨਹੀਂ ਇਕੱਲਾ ਖੁੱਲਿਆ, ਇਹ ਸਿਰਫ ਤੇ ਸਿਰਫ ਕਰਤਾਰਪੁਰ ਸਾਹਿਬ ਦਾ ਲਾਂਘਾ ਨਹੀਂ ਖੁੱਲਿਆ, ਸਗੋਂ ਇਹ ਕਿਸਾਨ ਅੰਦੋਲਨ ਨੂੰ ਜਿਹੜਾ ਹੈਗਾ ਸਮਾਪਤ ਕਰਨ ਦਾ ਰਾਹ ਵੀ ਖੁੱਲ ਰਿਹਾ। ਤੇ ਆਪਾਂ ਜਿਹੜੀ ਗੱਲ ਕਹੀ ਸੀ ਉਹੀ ਉਹ ਗੱਲ ਉਵੇਂ ਦੀ ਉਵੇਂ ਹੋਈ ਸੀ। ਔਰ ਇਹਦਾ ਕਾਰਨ ਵੀ ਕਾਰਨ ਇਹਦਾ ਇਹ ਹੈ ਕਿ ਜਿੱਥੇ ਕਿਸਾਨਾਂ ਵੱਲੋਂ ਜਿਹੜਾ ਅੰਦੋਲਨ ਚਲਾਇਆ ਜਾ ਰਿਹਾ ਸੀ, ਵੋਟ ਦੀ ਚੋਟ ਜਿਹੜੀ ਉਹਨਾਂ ਨੇ ਗੱਲ ਕਹੀ ਸੀ, ਕਿਉਂ ਕਹੀ ਸੀ? ਕਿਉਂਕਿ ਕਿਸਾਨਾਂ ਨੇ ਗੱਲ ਕਹੀ ਸੀ ਕਿ ਜਿਹੜੀ ਸਰਕਾਰ ਹੋਂਦ ਵਿੱਚ ਆਈ ਹੈ ਜੀ, ਮੌਜੂਦਾ ਸਰਕਾਰ, ਇਹ ਸਰਕਾਰ ਕੋਈ ਇਹ ਨਹੀਂ ਹੈਗੀ ਕਿ ਇਲਹਾਮ ਹੋ ਗਿਆ ਸੀ ਤੇ ਤਾਂ ਪੈਦਾ ਹੋ ਗਈ। ਇਸ ਸਰਕਾਰ ਨੂੰ ਲਿਆਉਣ ਵਾਸਤੇ ਕਿਸਾਨਾਂ ਨੇ ਵੀ ਵੋਟਾਂ ਪਾਈਆਂ ਜੀ। ਜਿਸ ਵੋਟ ਦੇ ਨਾਲ ਸਰਕਾਰ ਬਣੀ ਹੈ ਤੇ ਸਰਕਾਰ ਉਹ ਵੋਟ ਦੀ ਚੋਟ ਮਾਰਨ ਵੀ ਜਾਣਦੇ ਆ, ਫਿਰ ਉਹ ਦੂਜੇ ਲੋਟੋ ਦਾ ਮੁਖਾਲਫਤ ਵੀ ਹੈ। ਔਰ ਇਹ ਮੁਖਾਲਫਤ ਬੰਗਾਲ ਦੇ ਵਿੱਚ ਕੀਤੀ ਜੀ। ਉਦੋਂ ਇਹਨੂੰ ਦਰਗੁਜ਼ਰ ਕਰਤਾ ਸੀ ਕਿ ਇਹਦਾ ਤਾਂ ਕੋਈ ਅਸਰ ਹੀ ਨਹੀਂ ਪਿਆ। ਲੇਕਿਨ ਜਿਵੇਂ ਜਿਵੇਂ ਅੰਦੋਲਨ ਵੱਧਦਾ ਗਿਆ ਜੀ ਤੇ ਹੁਣ 5 ਰਾਜਾਂ ਦੀਆਂ ਚੋਣਾਂ ਆ ਗਈਆਂ ਨੇੜੇ, ਰੰਗ ਦਿਖਾਉਣਾ ਸ਼ੁਰੂ ਕਰਤਾ। ਉੱਤਰ ਪ੍ਰਦੇਸ਼ ਦੇ ਵਿੱਚ, ਪੰਜਾਬ ਦੇ ਵਿੱਚ ਤਾਂ ਖੈਰ ਸੁੱਖ ਨਾਲ ਪਹਿਲਾਂ ਹੀ ਬੀਜੇਪੀ ਵਾਲੇ ਵਿਚਰ ਹੀ ਨਹੀਂ ਸਕਦੇ ਸੀ, ਨਿਕਲ ਹੀ ਨਹੀਂ ਸਕਦੇ ਸੀ ਬਾਹਰ, ਉਹਨਾਂ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਸੀ ਤੇ ਫਿਰ ਪ੍ਰਧਾਨ ਮੰਤਰੀ ਨੂੰ ਇਹ ਗੱਲ ਕਰਨੀ ਪਈ। ਹੁਣ ਜਿਹੜਾ ਵਰਨ ਗਾਂਧੀ ਹੈ, ਵਰਨ ਗਾਂਧੀ ਆਪਾਂ ਡੇ 1 ਤੋਂ ਦੇਖਦੇ ਹਾਂ, ਵਰਨ ਗਾਂਧੀ ਨੇ ਕਿਸਾਨਾਂ ਦੀ ਹਮਾਇਤ ਸ਼ੁਰੂ ਤੋਂ ਕੀਤੀ ਹੈ ਜੀ। ਔਰ ਇਹਦਾ ਖਮਿਆਜਾ ਵੀ ਉਹਨੂੰ ਭੁਗਤਣਾ ਪਿਆ। ਉਹਨੂੰ ਤਾਂ ਭੁਗਤਣਾ ਪੈਣਾ ਸੀ, ਉਹਦੀ ਮਾਂ ਨੂੰ ਵੀ ਭੁਗਤਣਾ ਪਿਆ। ਉਹਦੀ ਮਾਂ ਮੇਨਕਾ ਗਾਂਧੀ ਵੀ ਪਾਰਲੀਮੈਂਟ ਦੀ ਮੈਂਬਰ ਹੈ, ਉਹ ਵੀ ਪਾਰਲੀਮੈਂਟ ਦਾ ਮੈਂਬਰ ਹੈ। ਦੋਨੋਂ ਜਾਣੇ ਪਹਿਲਾਂ ਭਾਜਪਾ ਦੀ ਕਾਰਜਕਾਰਨੀ ਦੇ ਮੈਂਬਰ ਸੀ ਜੀ। ਲੇਕਿਨ ਇਹ ਸਟੈਂਡ ਲੈਣ ਕਰਕੇ, ਕਿਸਾਨੀ ਦੇ ਹੱਕ ਵਿੱਚ ਸਟੈਂਡ ਲੈਣ ਕਰਕੇ ਨਤੀਜਾ ਇਹ ਹੋਇਆ ਕਿ ਵਰਨ ਗਾਂਧੀ ਤੇ ਉਹਦੀ ਮਾਂ ਨੂੰ ਐਤਕੀ ਸ਼ਾਮਲ ਨਹੀਂ ਕੀਤਾ ਗਿਆ ਉਸ ਕਾਰਜਕਾਰਨੀ ਵਿੱਚ। ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹਨਾਂ ਨੂੰ ਕੱਢਿਆ ਗਿਆ, ਕਿਉਂਕਿ ਜਿਹੜੀ ਦੁਬਾਰਾ ਕਾਰਜ ਕਰਨੀ ਬਣੀ ਉਹਦੇ ਚ ਉਹਨਾਂ ਨੂੰ ਲਿਆ ਨਹੀਂ ਗਿਆ ਜੀ ਜੀ। ਭਾਵੇਂ ਵੀ ਉਹਨਾਂ ਪ੍ਰਤੀ ਨਾਰਾਜ਼ਗੀ ਪ੍ਰਗਟ ਕੀਤੀ। ਹੁਣ ਪਾਰਲੀਮੈਂਟ ਦੇ ਵਿੱਚ ਇਹ ਬਿੱਲ ਜਿਹੜੇ ਹੈਗੇ ਆ ਰੱਦ ਕਰਤੇ, ਦੁਬਾਰਾ ਉੱਥੋਂ ਪਾਸ ਹੋ ਗਏ। ਕਿਸਾਨਾਂ ਨੇ ਜਿਹੜੇ ਹੋਰ ਖਦਸ਼ੇ ਜ਼ਾਹਰ ਕੀਤੇ ਸੀ, ਕੇਂਦਰ ਸਰਕਾਰ ਨੇ ਉਹਨਾਂ ਨੂੰ ਰੋਕਣ ਦਾ ਵੀ ਥੋੜਾ ਯਤਨ ਕੀਤਾ ਹੈ। ਜਿਵੇਂ ਤੁਸੀਂ ਦੇਖਿਆ ਨਾ, ਅੱਜ ਪਾਰਲੀਮੈਂਟ ਦੇ ਵਿੱਚ ਵੀ ਜਿਹੜਾ ਜਵਾਬ ਲੱਗਿਆ ਸੀ, ਪੱਤਰਕਾਰਾਂ ਨਾਲ ਵੀ ਗੱਲਬਾਤ ਕਰਦੇ ਆ, ਕੀ ਹੈ ਆਪਣੇ ਜਿਹੜੇ ਤੋਮਰ ਸਾਹਿਬ ਹੈ ਜੀ, ਨਰਿੰਦਰ ਸਿੰਘ ਤੋਮਰ, ਕਿ ਜੀ ਜਿਹੜਾ ਕੇਸ ਵਾਪਸ ਲੈਣੇ ਇਹ ਰਾਜਾਂ ਦਾ ਵਿਸ਼ਾ ਹੈ ਜੀ। ਪਰ ਰਾਜਾਂ ਦਾ ਵਿਸ਼ਾ ਤਾਂ ਆਪਾਂ ਕਹਿ ਸਕਦੇ ਹਾਂ ਜੇ ਕੇਂਦਰ ਦੀ ਮਰਜ਼ੀ ਹੋਵੇ ਤਾਂ ਰਾਜ ਵੀ ਤਾਂ ਕਰ ਲੈਂਦੇ ਬਿਲਕੁਲ। ਕਿਉਂਕਿ ਜਿਹੜੇ ਰਾਜਾਂ ਦੇ ਵਿੱਚ ਸਰਕਾਰਾਂ ਹੈ, ਜਿੱਥੇ ਜਿੱਥੇ ਇਹ ਅੰਦੋਲਨ ਹੈ, ਜੇ ਅੰਦੋਲਨ ਨੂੰ ਦੇਖੀਏ ਆਪਾਂ, ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਹੈ ਜੀ। ਪੰਜਾਬ ਦੀ ਕਾਂਗਰਸ ਦੀ ਸਰਕਾਰ ਤਾਂ ਪਹਿਲਾਂ ਹੀ ਵਾਪਸ ਲੈਣ ਵਾਸਤੇ ਬਿਲਕੁਲ। ਔਰ ਕਾਂਗਰਸ ਦੀ ਸਰਕਾਰ ਨੇ ਹੀ ਇੱਥੇ ਸਭ ਤੋਂ ਪਹਿਲਾਂ ਜਿਹੜਾ ਉਹ ਕਾਨੂੰਨ ਵਿਧਾਨ ਸਭਾ ਦੇ ਵਿੱਚ ਲਿਆਂਦਾ ਸੀ। ਇਸੇ ਸਰਕਾਰ ਨੇ ਸ਼ਹੀਦ ਹੋਣ ਵਾਲੇ ਹਰ ਪਰਿਵਾਰ ਨੂੰ 5 ਲੱਖ ਰੁਪਈਆ ਦੇਣ ਦਾ ਵੀ ਫੈਸਲਾ ਕੀਤਾ। ਹਾਂਜੀ, ਇਸੇ ਸਰਕਾਰ ਨੇ ਹਰ ਜਿਹੜਾ ਹੈਗਾ ਪੀੜਤ ਪਰਿਵਾਰ ਆ ਉਹਨਾਂ ਦੇ ਇੱਕ ਮੈਂਬਰ ਨੂੰ ਨੌਕਰੀ ਦਾ ਫੈਸਲਾ ਵੀ ਕੀਤਾ। ਔਰ ਇਹੀ ਜਿਹੜਾ ਮੁਆਵਜ਼ੇ ਦੀ ਗੱਲ ਵੀ ਕਰਦੇ ਸੀ ਕਿਸਾਨ, ਉਹੀ ਪੈਟਰਨ ਜਿਹੜਾ ਹੈਗਾ ਉਹ ਕੇਂਦਰ ਸਰਕਾਰ ਨੇ ਵੀ ਮੰਨਿਆ। ਮੁਕੱਦਮੇ ਵਾਪਸ ਲੈਣ ਵਾਲਾ ਪੈਟਰਨ ਵੀ ਮੰਨਿਆ। ਹੁਣ ਜਿਨ੍ਹਾਂ ਰਾਜਾਂ ਦੇ ਵਿੱਚ ਮੁਕੱਦਮੇ ਦਰਜ ਹੋਏ ਹੈ ਜੀ, 48,000 ਮੁਕੱਦਮਾ ਇਕੱਲਾ ਹਰਿਆਣੇ 'ਚ ਹੈ। ਅੱਛਾ, 48,000 ਪੁਰਾਣਾ ਜਾਟ ਅੰਦੋਲਨ ਵਾਲਾ ਸਾਰਾ ਨਾ 48,000 ਕਿਸਾਨ ਅੰਦੋਲਨ ਨਾਲ ਸੰਬੰਧਿਤ। ਕਿਉਂਕਿ ਰੋਜ਼ ਦੀ ਰੋਜ਼ ਹੀ ਮੁਕੱਦਮੇ ਦੇ ਦਰਜ ਹੁੰਦੇ ਸੀ, ਜਿੱਥੇ ਵਿਰੋਧ ਕਰਦੇ ਸੀ ਉੱਥੇ ਧੱਸ ਦੇਣੇ, ਪਰਚਾ ਦੇ ਦਿੰਦੇ ਸੀ। ਇੱਥੋਂ ਤੱਕ ਕਿ ਸੰਯੁਕਤ ਕਿਸਾਨ ਮੋਰਚੇ ਦੀ ਜਿਹੜੀ ਕੌਮੀ ਲੀਡਰਸ਼ਿਪ ਹੈ ਜੀ, ਬਲਬੀਰ ਸਿੰਘ ਰਾਜੇਵਾਲ ਹੋਰਾਂ ਦੇ ਨਾਂ ਵੀ ਪਾਏ ਵੇ ਉਹਨਾਂ 'ਚ। ਅੱਛਾ, ਜਿਹੜੇ ਭਾਵੇਂ ਮੌਕੇ ਤੇ ਨਹੀਂ ਹੁੰਦੇ ਸੀ, ਪਾ ਦਿੰਦੇ ਸੀ ਉਹਨਾਂ ਦੀ। ਉਹ 48,000 ਕੇਸ ਹੋਆ। ਪੰਜਾਬ 'ਚ ਵੀ ਹੈ, ਹਿਮਾਚਲ 'ਚ ਵੀ ਹੈਗੇ ਹੈ ਜੀ, ਹਰਿਆਣੇ 'ਚ ਵੀ ਹੈਗੇ ਹੈ, ਰਾਜਸਥਾਨ ਦੇ ਵਿੱਚ ਵੀ ਹੈ, ਮੱਧ ਪ੍ਰਦੇਸ਼ ਦੇ ਵਿੱਚ ਵੀ ਹੈ, ਉੱਤਰ ਪ੍ਰਦੇਸ਼ ਦੇ ਵਿੱਚ ਵੀ ਜੀ। ਇਹ ਸਰਕਾਰਾਂ ਪੰਜਾਬ ਤੋਂ ਛੱਡ ਕੇ ਬਾਕੀ, ਰਾਜਸਥਾਨ ਤੇ ਪੰਜਾਬ ਨੂੰ ਛੱਡ ਕੇ ਬਾਕੀ ਸਾਰੀਆਂ ਸਰਕਾਰਾਂ ਬੀਜੇਪੀ ਵਾਲੀਆਂ। ਕਾਂਗਰਸ ਦੀਆਂ ਸਰਕਾਰਾਂ ਦਾ ਤਾਂ ਪਹਿਲਾਂ ਹੀ ਦੋਸਤਾਨਾ ਸੰਬੰਧ ਹੈ ਕਿਸਾਨਾਂ ਦੇ ਨਾਲ, ਭਾਵੇਂ ਉਹਨਾਂ ਦੀ ਮੌਕਾ ਪ੍ਰਸਤੀ ਹੈ, ਰਾਜਸੀ ਮੌਕਾ ਪ੍ਰਸਤੀ, ਕਿ ਕਿਸਾਨਾਂ ਦੀਆਂ ਵੋਟਾਂ ਲੈਣਗੇ। ਤਾਂ ਤੋਮਰ ਸਾਹਿਬ ਨੇ ਕਹਿਤਾ ਜੀ ਉਹ ਕਰ ਲੈਣ। ਹੁਣ ਆਪਾਂ ਆ ਜਾਈਏ ਇਹਦੇ ਤੇ ਜਿਹੜਾ ਮਤਾ ਲੈ ਕੇ ਆਏ ਮਿਸਟਰ ਵਰਨ ਗਾਂਧੀ ਜੀ, ਬਿੱਲ ਜਿਹੜਾ ਉਹਨਾਂ ਨੇ ਪੇਸ਼ ਕੀਤਾ ਹੈ, ਇਹ ਬਿੱਲ ਵੀ ਬਿਲਕੁਲ ਉਸੇ ਤਰ੍ਹਾਂ ਤੇ ਹੈ ਜਿਹੜੀਆਂ ਸਿਫਾਰਿਸ਼ਾਂ ਡਾਕਟਰ ਸਵਾਮੀਨਾਥਨ ਕਮਿਸ਼ਨ ਨੇ ਕੀਤੀਆਂ ਸੀ ਜੀ, ਕਿ ਲਾਗਤ ਪਲੱਸ 50%। ਅੱਛਾ ਜੀ, ਜਿੰਨੀ ਲਾਗਤ ਹੈ, ਲਾਗਤ ਦੀ ਸਾਰੀ ਕੀਮਤ ਕੱਢ ਕੇ 50% ਜਿਹੜਾ ਹੈਗਾ ਉਹ ਕਿਸਾਨਾਂ ਨੂੰ ਤੁਸੀਂ ਜਿਹੜਾ ਦਿਓ, ਇਹ ਉਹਨਾਂ ਦਾ ਲਾਹੇਵੰਦ ਭਾਅ ਹੋਵੇ। ਅਗਰ ਇਹ ਉਹਨਾਂ ਨੂੰ ਭਾਅ ਨਹੀਂ ਮਿਲਦਾ
ਤਾਂ ਫਿਰ ਇਹਦੀ ਜਿਹੜੀ ਹੈ ਭਰਪਾਈ ਹੈ ਜਿੰਨੀ ਉਹਨਾਂ ਨੂੰ ਕੀਮਤ ਘੱਟ ਮਿਲਦੀ ਹੈ ਉਹਦੀ ਜਿਹੜੀ ਹੈ ਗਰੰਟੀ ਉਹ ਸਰਕਾਰ ਦੇਵੇ ਜੀ, ਉਹ ਸਰਕਾਰ ਆਪਦੇ ਕੋਲੋਂ ਕਰੇ। ਇਹਦੇ ਤੇ ਹੁਣ ਪਾਰਲੀਮੈਂਟ ਦੇ ਵਿੱਚ ਜਦੋਂ ਪੇਸ਼ ਹੋਊਗਾ, ਬਹਿਸ ਹੋਊਗੀ, ਕੀ ਬਣਦਾ ਵੱਖਰੀ ਗੱਲ ਹੈ। ਪਰ ਜਿਵੇਂ ਲਾਲਪੁਰਾ ਸਾਹਿਬ ਹੁਰੀ ਕਹਿੰਦੇ ਹੈ ਕਿ ਸੁਧਰੇ ਹੋਏ ਕਾਨੂੰਨ ਆਉਣਗੇ, ਮੇਰਾ ਖਿਆਲ ਹੈ ਤਾਂ ਕਿਸਾਨਾਂ ਨੂੰ ਵੀ ਇਹਦੇ ਤੇ ਇਤਰਾਜ਼ ਕੋਈ ਨਹੀਂ। ਜੀ ਜੀ, ਕਿਸਾਨ ਵੀ ਇਹ ਕਹਿੰਦੇ ਕਿ ਹਾਂ ਕਿਸਾਨਾਂ ਨੂੰ ਜਿਲਣ ਚੋਂ ਕੱਢਣ ਵਾਸਤੇ ਕਾਨੂੰਨ ਜਿਹੜੇ ਆਉਣੇ ਚਾਹੀਦੇ, ਲੇਕਿਨ ਕਾਨੂੰਨ ਆਉਣ ਦਾ ਮਤਲਬ ਇਹ ਨਹੀਂ ਕਿ ਕਾਰਪੋਰੇਟ ਘਰਾਣੇ ਦੇ ਹਵਾਲੇ ਕਰ ਦਿਓ ਸਾਰਾ ਕੁਝ। ਜੀ, ਉਹਨਾਂ ਦਾ ਕਹਿਣ ਤੋਂ ਭਾਵ ਹੈ ਕਿ ਉਹ ਇਹੋ ਜਿਹੇ ਕਾਨੂੰਨ ਲੈ ਕੇ ਆਓ ਜਿਹੜੇ ਕਿਸਾਨਾਂ ਦਾ ਜੀਵਨ ਪੱਧਰ ਉੱਚਾ ਕਰਨ, ਜੀ, ਜਿਹੜੇ ਕਿਸਾਨਾਂ ਨੂੰ ਖੇਤੀ ਜਿਹੜੀ ਨਾਲੋਂ ਨਾ ਤੋੜਨ। ਹਾਂ, ਉਹਨਾਂ ਦੀ ਮੈਂ ਬਲਵੀਰ ਸਿੰਘ ਰਾਜੇਵਾਲ ਹੋਰਾਂ ਦੀ ਇੱਕ ਇੰਟਰਵਿਊ ਸੁਣੀ ਹੈ। ਉਸ ਇੰਟਰਵਿਊ ਦੇ ਵਿੱਚ ਉਹ ਕਹਿੰਦੇ ਆ ਕਿ ਜਦੋਂ ਸਭ ਤੋਂ ਪਹਿਲਾਂ ਇਹਨਾਂ ਨੇ ਇਹ ਚੀਜ਼ ਲਿਆਂਦੀ, ਜੀ, ਉਸ ਵੇਲੇ ਦਿੱਲੀ ਇੱਕ ਮੀਟਿੰਗ ਕੀਤੀ ਸੀ। ਉਸ ਮੀਟਿੰਗ ਦੇ ਵਿੱਚ 3-4 ਕਿਸਾਨ ਲੀਡਰ ਵੀ ਬੁਲਾਏ ਸੀ। ਜੀ, ਉੱਥੇ ਕਹਿੰਦੇ ਵੀ ਜਿਹੜਾ ਸਰਕਾਰੀ ਬੁਲਾਰਾ ਸੀ, ਸਰਕਾਰੀ ਬੁਲਾਰੇ ਨੇ ਇਹੀ ਗੱਲ ਕਹੀ ਕਿ ਹੁਣ ਖੇਤੀ ਲਾਹੇਵੰਦ ਸੌਦਾ ਨਹੀਂ ਰਿਹਾ, ਬਿਲਕੁਲ ਇਹ ਘਾਟੇ ਬੰਦਾ ਰਹਿ ਗਿਆ, ਤੇ ਖੇਤੀ ਨੂੰ ਜਿਹੜਾ ਹੈਗਾ ਅਗਾਂਹ ਤੋਰਨ ਵਾਸਤੇ, ਇਹਨੂੰ ਥੋੜਾ ਜਿਹਾ ਦੀ ਤਰੱਕੀ ਵਾਸਤੇ ਕਾਰਪੋਰੇਟ ਘਰਾਣਿਆਂ ਦੀ, ਪ੍ਰਾਈਵੇਟ ਸੈਕਟਰ ਦੀ ਲੋੜ ਹੈ। ਜੀ, ਕਹਿੰਦੇ ਜੀ ਠੀਕ ਹੈ, ਲੋੜ ਹੈ, ਅਸੀਂ ਵੀ ਇਸ ਗੱਲ ਨੂੰ ਮਹਿਸੂਸ ਕਰਦੇ ਕਿ ਪ੍ਰਾਈਵੇਟ ਸੈਕਟਰ ਦੀ ਲੋੜ ਹੈ। ਪ੍ਰਾਈਵੇਟ ਸੈਕਟਰ ਦੇ ਜਿਹੜੇ ਪ੍ਰਤੀਨਿਧੀ ਆਏ ਸੀ ਉਹ ਕਹਿੰਦੇ ਹਾਂਜੀ ਠੀਕ ਹੈ ਜੀ, ਕੋਈ ਗੱਲ ਨਹੀਂ, ਅਸੀਂ ਤਿਆਰ ਇਹਦੇ ਵਾਸਤੇ, ਪਰ ਸਾਨੂੰ ਜਿਹੜੇ ਹੈ 5,000-10,000 ਏਕੜ ਦੇ ਕਲਸਟਰ ਚਾਹੀਦੇ, ਇੱਕ ਉਹਦੇ ਦਿਓ, ਤੇ ਸਰਕਾਰ ਤੈਅ ਕਰਦੇ 50 ਸਾਲ ਦਾ ਐਗਰੀਮੈਂਟ ਕਰੋ ਸਾਡੇ ਨਾਲ। ਦੱਸੋ 50 ਸਾਲ ਜਿਹੜੀ ਹੈ ਜ਼ਮੀਨ ਸਾਡੇ ਕੋਲੇ ਰਹੂਗੀ, ਪੈਸਾ ਅਸੀਂ ਕਹਿੰਦੇ ਜਿਹੜਾ ਹੈਗਾ ਹਰ ਸਾਲ ਸਰਕਾਰ ਦੇ ਖਜ਼ਾਨੇ 'ਚ ਜਮ੍ਹਾਂ ਕਰਾ ਦਿਆ ਕਰਾਂਗੇ, ਸਰਕਾਰ ਕਿਸਾਨਾਂ ਨੂੰ ਵੰਡ ਦਿਆ ਕਰੇ। ਰਾਜੇਵਾਲ ਕਹਿੰਦਾ ਮੈਂ ਉਦੋਂ ਹੀ ਸਮਝ ਗਿਆ ਵੀ ਇਹ ਤਾਂ ਜਿਹੜੀ ਹੈਗੀ ਸਾਨੂੰ ਖੇਤੀ ਚੋਂ ਕੱਢ ਰਹੇ, ਕੱਢ ਹੀ ਦਿੱਤੇ ਆ। ਦੇਖੋ ਮੇਰੀ ਗੱਲ ਸੁਣੋ, ਢਿੱਲੋਂ ਸਾਹਿਬ ਸਰਦਾਰਗੜ੍ਹ ਛਤਰਾ ਝੁੱਗੇ ਜਿਹੜਾ ਲੱਗਿਆ ਆਪਣਾ ਸੋਲਰ ਸਿਸਟਮ, ਜੀ, ਹੁਣ ਮੈਨੂੰ ਇੱਕ ਕਿੰਨੇ 14-1500 ਕਿੱਲੇ ਹੀ ਲੱਗਿਆ। ਬਿਲਕੁਲ 14-1500 ਕਿੱਲੇ ਦੇ ਵਿੱਚ ਚਲੋ ਕਿਸਾਨ ਨੂੰ ਤਾਂ ਮਿਲ ਗਏ, ਠੇਕਾ ਮਿਲ ਗਿਆ, ਇੱਕ ਠੇਕਾ ਮਿਲ ਗਿਆ। ਹੁਣ ਇੰਨੇ ਸਾਲ ਜਦੋਂ ਬੰਜਰ ਰਹੂਗੀ ਜ਼ਮੀਨ, ਉਹਦੀ ਉਪਜ ਘਟੂਗੀ, ਉਹਦੇ ਕਿੰਨਾ ਖਰਚਾ ਆਉਣਾ ਇੱਕ ਜੁਦਾ ਗੱਲ, ਪਰ ਉਹਦੇ ਬਿਨਾਂ ਜਿਹੜਾ ਤੁਸੀਂ ਖੇਤ ਜਾਂਦੇ ਸੀ ਠੇਕੇ ਤੇ ਦੇ ਕੇ ਆਪਦੀ ਵੱਟ ਤੇ ਜਾਂਦੇ ਸੀ, ਤੁਹਾਨੂੰ ਅਗਲਾ ਸਿਕਿਉਰਿਟੀ ਵਾਲਾ ਵੜ ਨਹੀਂ ਦਿੰਦਾ ਵਿੱਚ, ਅਗਲਾ ਕਹਿੰਦਾ ਸਰਦਾਰ ਜੀ ਉੱਥੇ ਖੜ। ਮੇਰੇ ਮਾਮੇ ਨੂੰ ਹਾਰਟ ਅਟੈਕ ਦਾ ਦੌਰਾ ਪੈਣ ਵਾਲਾ ਹੋ ਗਿਆ ਸੀ, ਕਹਿੰਦਾ ਮੇਰੇ ਖੇਤ 'ਚ ਮੈਨੂੰ ਹੀ ਕੱਢਤਾ, ਕਹਿੰਦੇ ਠੀਕ ਹੈ ਜੀ। ਫਿਰ ਬੱਚੇ ਬੇਕਾਰ ਹੋ ਗਏ, ਅਗਲੀ ਪੀੜ੍ਹੀ ਬੇਕਾਰ ਹੋ ਗਈ ਜਦੋਂ ਖੇਤੀ ਨਹੀਂ ਕਰੋਗੇ। ਫਿਰ ਦੂਜੀ ਗੱਲ, ਜਿਹੜੇ ਮਜ਼ਦੂਰ ਪਲਦੇ ਸੀ, ਗੋਡੀ, ਚਾਕੀ, ਨੀਰਾ, ਪੱਟਾ, ਨਰਮਾ ਚੁਗਣਾ, ਕਣਕ ਵੱਢਣੀ, ਉਹ ਵੀ ਖਤਮ ਹੋ ਗਿਆ। ਇੱਥੇ ਨਹੀਂ ਬਸ ਕੱਲਾ ਇੱਥੇ ਹੁਣ ਨੌਕਰੀਆਂ ਮਿਲਦੀਆਂ ਨਹੀਂ। ਹਾਂ, ਸਰਕਾਰੀ ਸੈਕਟਰ 'ਚ ਤਾਂ ਨੌਕਰੀਆਂ ਬੰਦ ਹੈ, ਪ੍ਰਾਈਵੇਟ ਸੈਕਟਰ ਦੇ ਵਿੱਚ ਨੌਕਰੀਆਂ ਲੈਣ ਵਾਸਤੇ ਸਾਡੇ ਬੱਚੇ ਉਹਨੇ ਕੁਆਲੀਫਾਈ ਕਰ ਹੀ ਨਹੀਂ ਸਕਦੇ। ਜਿਨ੍ਹਾਂ ਜਿਹੜਾ ਟੈਲੈਂਟ ਉਹਨਾਂ ਨੂੰ ਚਾਹੀਦਾ, ਉਹਨਾਂ ਦੀ ਜਿਹੜੀ ਹੈਗੀ ਕੁਆਲੀਫਿਕੇਸ਼ਨ ਕੁਛ ਹੋਰ ਚਾਹੀਦੀ ਹੈ, ਅਸੀਂ ਕੁਛ ਹੋਰ ਪੜ੍ਹਦੇ। ਉਹ ਕੁਆਲੀਫਿਕੇਸ਼ਨ ਨਾਲ ਟੈਲੈਂਟ ਭਾਲਦੇ ਜੀ, ਟੈਲੈਂਟ ਭਾਲਦੇ ਹੈ। ਅੱਛਾ, ਉਹ ਟੈਲੈਂਟ ਉਹਨਾਂ ਨੂੰ ਮਿਲਦਾ ਨਹੀਂ, ਇਸ ਕਰਕੇ ਸਾਡੇ ਬੱਚੇ ਨਹੀਂ ਲੱਗਣਗੇ ਜੀ। ਹੁਣ ਜਿਹੜੇ ਬੱਚੇ ਅੱਗੇ ਜਾ ਕੇ ਖੇਤਾਂ 'ਚ ਖੇਤੀਬਾੜੀ ਕਰ ਲੈਂਦੇ ਸੀ, ਕੰਮ ਕਰ ਲੈਂਦੇ ਸੀ, ਉਹ ਕੰਮ ਨਹੀਂ ਕਰਨਗੇ, ਘਰੇ ਕੀ ਕਰਨਗੇ? ਵਹਿਬਤਾ ਕਰਨਗੇ, ਤਾਸ਼ ਖੇਡ ਲਈ, ਫੇਰ ਆ ਚਲੋ ਦੁਪਹਿਰੇ ਜੇ ਘੁੱਟ ਲਾ ਲਓ ਦਾਰੂ ਦੀ, ਸ਼ਾਮ ਨੂੰ ਲਾ ਲਈ, ਇਹ ਕਰ ਲਓ ਤੇ ਨਸ਼ੇੜੀ ਬਣ ਜਾਣਗੇ। ਬਿਲਕੁਲ ਬਿਲਕੁਲ, ਉਹ ਇੱਕ ਤਰੀਕੇ ਦੇ ਨਾਲ ਮਤਲਬ ਜਿਹੜੀ ਹੈਗੀ ਹੈ ਉਹਨਾਂ ਨੂੰ ਜਿਹੜਾ ਇਹ ਅਸਲ ਜੇ ਦੇਖੀਏ ਨਾ ਆਪਾਂ ਕਹਾਣੀ, ਇਹਨੂੰ ਅੱਗਾ ਦੇਖੋ ਤੁਸੀਂ, ਕਾਰਪੋਰੇਟ ਸਿਰਫ ਤੁਹਾਡੀ ਖੇਤੀ ਤੇ ਕਬਜ਼ਾ ਨਹੀਂ ਕਰਦੇ, ਉਹਨਾਂ ਨੂੰ ਜਿਹੜਾ ਅੱਗੇ ਚਾਹੀਦਾ ਮਟੀਰੀਅਲ, ਲੇਬਰ ਮਟੀਰੀਅਲ, ਉਹ ਸ਼ਹਿਰਾਂ 'ਚ ਚਾਹੀਦਾ। ਸ਼ਹਿਰਾਂ ਪਿੰਡਾਂ ਦੇ ਵਿੱਚੋਂ ਬੇਰੁਜ਼ਗਾਰ ਕਰਕੇ ਬੰਦਿਆਂ ਨੂੰ ਸ਼ਹਿਰਾਂ ਵੱਲ ਮਜ਼ਦੂਰੀ ਲਈ ਧੱਕਣਗੇ। ਕਿਸਾਨਾਂ ਨੂੰ ਮਜ਼ਦੂਰ ਬਣਾਉਣਾ ਇਹ ਉਹਨਾਂ ਦੀ ਜਿਹੜੀ ਲੰਬੇ ਸਮੇਂ ਦੀ ਯੋਜਨਾ। ਉਹੀ ਆਪਣਾ ਯੂਰਪ ਵਾਲਾ ਕੰਮ ਜੀ, ਉੱਥੇ ਦੋ ਹੀ ਕੈਟਾਗਰੀਆਂ, ਜਾਂ ਅਮੀਰ ਆ ਜਾਂ ਮਜ਼ਦੂਰ ਆ। ਬਿਲਕੁਲ 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 ਬਿਲਕੁਲ, ਜੋ ਮਰਜ਼ੀ ਕਹੀ ਚੱਲੋ। ਬਿਲਕੁਲ, ਜਿਹੜੇ ਜਿਸ ਮਿੱਟੀ ਨਾਲ ਅਸੀਂ ਜੁੜੇ ਹੋਏ ਆ, ਉਹ ਮਿੱਟੀ ਨਾਲ ਹੁਣ ਤੁਸੀਂ ਦੇਖੋ, ਸਿੰਘੂ ਤੋਂ ਕਿਸਾਨ ਆਏ ਹੈ, ਅੱਜ ਦਰਬਾਰ ਸਾਹਿਬ ਪਹੁੰਚ ਗਏ, ਸਿੰਘੂ ਤੋਂ ਕਿਸਾਨ ਆਏ, ਥਾਂ ਥਾਂ ਤੇ ਉਹਨਾਂ ਦਾ ਫੁੱਲ ਮਾਲਾ ਦੇ ਨਾਲ ਲੋਕਾਂ ਨੇ ਆਪਣਾ ਸਨਮਾਨ ਕੀਤਾ ਹੈ। ਆਸਟ੍ਰੇਲੀਆ ਤੋਂ ਇੱਕ ਮੁੰਡਾ ਸੀ, ਉਹਨੇ ਹੈਲੀਕਾਪਟਰ ਕਿਰਾਏ ਤੇ ਲੈ ਲਿਆ। ਅੱਛਾ ਜੀ। ਔਰ ਉਹ ਹੈਲੀਕਾਪਟਰ ਜਿਹੜਾ ਉਹਨੂੰ ਪੰਜਾਬ 'ਚੋਂ ਨਹੀਂ ਮਿਲਿਆ, ਯੂਪੀ ਤੋਂ ਲਿਆ, ਤੇ ਫਿਰ ਜਦੋਂ ਆਪਣੇ ਸ਼ੰਭੂ ਬਾਰਡਰ ਤੇ ਆ ਗਏ, ਇੱਥੇ ਫੁੱਲ ਵਰਖਾ ਕੀਤੀ ਉਹਦੇ ਨਾਲ। ਔਰ ਜਿਹੜੇ ਲੋਕ ਉੱਥੋਂ ਆਏ ਹੈ ਸਿੰਘੂ ਤੋਂ ਆਏ ਹੋਏ ਲੋਕ, ਆਉਣ ਵਾਲੇ ਲੋਕ ਆਪਣੇ ਨਾਲ ਮਿੱਟੀ ਲੈ ਕੇ ਆਏ ਹੈ। ਉਹ ਕਹਿੰਦੇ ਇਸ ਮਿੱਟੀ ਨਾਲ ਮੋਹ ਹੋ ਗਿਆ, ਜਿੱਥੇ ਉਹਨਾਂ ਨੇ ਇੱਕ ਸਾਲ ਭਰ ਧਰਨਾ ਦਿੱਤਾ ਹੈ, ਜੇ ਉਹਦੇ ਨਾਲ ਮੋਹ ਹੋ ਗਿਆ, ਜਿਹੜੀ ਉਹਨਾਂ ਦੇ ਦਾਦਿਆਂ ਪੜਦਾਦਿਆਂ ਦੀ ਉਹਨਾਂ ਦੀਆਂ ਪਤਾ ਨਹੀਂ ਕਿੰਨੀਆਂ ਪੀੜ੍ਹੀਆਂ ਦੀ ਮਿੱਟੀ ਹੈ, ਤੇ ਉਹ ਮਿੱਟੀ ਉਹਨਾਂ ਤੋਂ ਖੋਣਗੇ ਤਾਂ ਉਹ ਬਹੁਤ ਵੱਡਾ। ਮੈਂ ਟਿੱਕਰੀ ਤੋਂ ਨਾਲ ਆਇਆ ਜੀ, ਮੈਂ ਐਤਵਾਰ ਨੂੰ ਗਿਆ, ਸ਼ਨੀਚਰਵਾਰ ਨੂੰ ਉੱਥੇ ਨਾਲ ਆਇਆ। ਢਿੱਲੋਂ ਸਾਹਿਬ, ਰੋਪ ਇਹ ਲੋਕ ਜਿਹੜੇ ਉੱਥੇ ਹਰਿਆਣੇ ਵਾਲੇ ਮੁੰਡੇ ਕਹਿੰਦੇ ਸਾਡੀਆਂ ਤਾਂ ਗਲਤ ਫਹਿਮੀਆਂ ਦੂਰ ਹੋ ਗਈਆਂ, ਜਿਹੜਾ ਜ਼ਹਿਰ ਭਰਿਆ ਸੀਗਾ ਸਾਡਾ ਪੰਜਾਬੀਆਂ ਪ੍ਰਤੀ ਉਹ ਖਤਮ ਹੋ ਗਿਆ, ਹੁਣ ਤਾਂ ਸਾਨੂੰ ਕੱਲ ਨੂੰ ਲੋੜ ਪੈਗੀ ਤਾਂ ਅਸੀਂ ਤਾਂ ਸਾਡੇ ਲਈ ਤਾਂ ਪੰਜਾਬ 2 ਮਿੰਟਾਂ ਹੀ ਖੜਾ ਹੋ ਜਾਊਗਾ। ਬਿਲਕੁਲ ਫੁੱਲ ਪੰਜਾਬ ਵੀ ਹਰਿਆਣਾ ਵੀ ਆਪਾਂ ਉਹ ਦੇਖੀਏ, ਜਿਹੜੇ ਲੋਕ ਟਿੱਕਰੀ ਦੇ ਸਿੰਘੂ ਦੇ ਆਲੇ ਦੁਆਲੇ ਬੈਠੇ ਸੀ, ਗਰੀਬ ਗੁਰਬਾ,
ਕਰੋਨਾ ਵਰਗੀ ਮਹਾਮਾਰੀ ਆਈ, ਸਰਕਾਰਾਂ ਮਦਦ ਨਹੀਂ ਕਰ ਰਹੀਆਂ, ਉਹਨਾਂ ਨੂੰ ਜਿਹੜਾ ਲੰਗਰ ਪਾਣੀ ਸਾਡੇ ਲੋਕ ਪ੍ਰੋਵਾਈਡ ਕਰਦੇ। ਔਰ ਜਦੋਂ ਉਹ ਲੋਕ ਉੱਥੋਂ ਆਏ ਹੈ ਤੇ ਉਹਨਾਂ ਲੋਕਾਂ, ਮੈਂ ਕਈ ਬੱਚਿਆਂ ਦੀ ਇੰਟਰਵਿਊ ਸੁਣੀ ਹੈ, ਉਹ ਕਹਿੰਦੇ ਵੀ ਅਸੀਂ ਤਾਂ ਬਾਗੋ ਬਾਗ ਸੀ, ਸਵੇਰ ਸ਼ਾਮ ਦੁਪਹਿਰੇ ਸਾਨੂੰ 3 ਵੇਲੇ ਖਾਣਾ ਮਿਲਦਾ ਸੀ, ਨਾਲੇ ਪੜ੍ਹਾਈ ਕਰਾਉਂਦੇ ਸੀ। ਇਹ ਸਾਰਾ ਕੁਝ ਆਊਗਾ ਕਿਤੋਂ? ਇੱਕ ਵੱਡੀ ਗੱਲ ਹੈ। ਤੇ ਹੁਣ ਆਪਾਂ ਗੱਲ ਕਰੀਏ ਜੀ, ਅੱਜ ਨਵਜੋਤ ਸਿੰਘ ਸਿੱਧੂ ਅੱਜ ਬਠਿੰਡੇ ਆਏ, ਆਪਣੇ ਨਾਲ ਹੀ ਨਰੂਆਣਾ ਹੈ, ਬਠਿੰਡਾ ਦਿਹਾਤੀ ਦਾ ਹਲਕਾ। ਬੜੀ ਦਮਦਾਰ ਸਪੀਚ ਜਿਹੜੀ ਹੈ ਤੇ ਕਹਿ ਕੇ ਗਏ ਨੇ, ਕਹਿੰਦੇ ਵੀ ਮੈਂ ਸ਼ੋਅ ਪੀਸ ਨਹੀਂ ਬਣਦਾ ਸਿਆਸਤ 'ਚ। ਨਹੀਂ, ਸ਼ੋਅ ਪੀਸ ਵਾਲੀ ਗੱਲ ਉਹਨਾਂ ਨੇ ਇੱਥੇ ਨਹੀਂ ਕਹੀ, ਉਹ ਕਹੀ ਸੀ ਕੱਲ ਉਹਨਾਂ ਨੇ ਜਿਹੜਾ ਲਾਹ ਭਵਨ ਹੈ, ਲਾਹ ਭਵਨ ਦੇ ਵਿੱਚ ਉਹਨਾਂ ਨੇ ਇੱਥੇ ਵੀ ਰਿਪੀਟ ਕਰਕੇ ਵੈਸੇ। ਹਾਂ, ਨਹੀਂ ਮੇਨ ਚੀਜ਼ ਤਾਂ ਕੱਲ ਉੱਥੇ ਕਹੀ ਹੈ ਨਾ, ਉੱਥੇ ਬਹੁਤ ਕੁਛ ਕਿਹਾ। ਲਾਹ ਭਵਨ ਦੇ ਵਿੱਚ ਉਹਨਾਂ ਨੇ ਗੱਲ ਕਹੀ ਸੀ ਕਿ ਮੈਂ ਜਿਹੜਾ ਹੈਗਾ, ਪਹਿਲੀ ਗੱਲ ਤਾਂ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਕੱਲ ਪਹਿਲੀ ਵਾਰ ਦੇਖਿਆ ਜਦੋਂ ਉਹ ਕਾਫੀ ਸੀਰੀਅਸ ਹੋਇਆ ਸੀ, ਸੰਜੀਦਾ ਹੋਇਆ ਸੀ। ਅੱਗੇ ਉਹ ਆਪਣੀ ਗੱਲ ਸੁਣਾਉਂਦੇ ਸੀ, ਪੱਤਰਕਾਰਾਂ ਨੂੰ ਉਹਨਾਂ ਦੀ ਗੱਲ ਨਹੀਂ ਸੁਣਦੇ ਸੀ। ਕੱਲ ਉਹਨਾਂ ਨੇ ਆਡੀਅנס ਦੇ ਵਿੱਚੋਂ ਕੁਐਸਚਨ ਵੀ ਲਈ, ਆਡੀਅנס ਨੂੰ ਕਿਹਾ ਕਿ ਤੁਸੀਂ ਮੈਨੂੰ ਸਵਾਲ ਪੁੱਛੋ। ਜਿਹੜੇ ਲੋਕ ਸ਼ਾਮਲ ਹੋਏ ਸੀ ਉਹਨਾਂ ਨੇ ਸਵਾਲ ਕੀਤੇ, ਉਹਨਾਂ ਸਵਾਲਾਂ ਦੇ ਉਹਨੇ ਜਵਾਬ ਦਿੱਤੇ ਤੇ ਜਵਾਬ ਵੀ ਬੜੇ ਠਰਮੇ ਨਾਲ ਦਿੱਤੇ। ਉਹਨੇ ਆਪਣਾ ਰਿਪੋਰਟ ਕਾਰਡ ਵੀ ਪੇਸ਼ ਕੀਤਾ ਕਿ ਮੈਂ ਕੀ ਕਰਨਾ, ਭਵਿੱਖ ਦੇ ਵਿੱਚ ਮੈਂ ਕਿਸ ਕਿਸਮ ਦੀ ਗੱਲ ਲੈ ਕੇ ਜਾਣੀ, ਇਹ ਗੱਲ ਵੀ ਉਹਨਾਂ ਨੇ ਕਹੀ। ਜਿਹੜਾ ਉਹਦਾ ਪੰਜਾਬ ਏਜੰਡਾ, ਉਹਨੇ ਆਪਣੇ ਪੰਜਾਬ ਏਜੰਡੇ ਦੀ ਵੀ ਗੱਲ ਕਹੀ ਹੈ, ਲੇਕਿਨ ਇੱਕ ਉਹਨੇ ਬਹੁਤ ਵੱਡੀ ਗੱਲ ਕਹੀ ਕਿ ਜਿਹੜੇ ਇਮਾਨਦਾਰ ਸਿਆਸਤਦਾਨ ਹੈ ਜਾਂ ਜਿਹੜੇ ਇਮਾਨਦਾਰ ਲੋਕ ਹੈ, ਪੋਲੀਟੀਕਲ ਪਾਰਟੀਆਂ ਉਹਨਾਂ ਲੋਕਾਂ ਨੂੰ ਇਸਤੇਮਾਲ ਕਰਦੀਆਂ, ਚੋਣਾਂ ਦੇ ਵਿੱਚ ਇਸਤੇਮਾਲ ਕਰਦੀਆਂ, ਉਹਨਾਂ ਤੋਂ ਪ੍ਰਚਾਰ ਕਰਾਉਂਦੀਆਂ, ਪ੍ਰਚਾਰ ਪ੍ਰਸਾਰ ਕਰਵਾਉਂਦੀਆਂ। ਜਦੋਂ ਸਰਕਾਰਾਂ ਬਣ ਜਾਂਦੀਆਂ ਤੇ ਫਿਰ ਉਹਨਾਂ ਨੂੰ ਚੱਕ ਕੇ ਚੁੱਪ ਕਰਕੇ, ਜਿਵੇਂ ਆਪਾਂ ਰੱਖ ਦਿੰਦੇ ਹੁੰਦੇ ਸ਼ੋਅ ਪੀਸ, ਇੱਕ ਸ਼ੋਅ ਪੀਸ ਦੀ ਤਰ੍ਹਾਂ ਨੂੰ ਰੱਖ ਦਿੱਤਾ ਜਾਂਦਾ। ਮੇਰਾ ਖਿਆਲ ਉਹਨਾਂ ਦਾ ਕਹਿਣ ਤੋਂ ਭਾਵ ਇਹ ਸੀ ਕਿ ਮੈਨੂੰ ਵੀ ਬੀਜੇਪੀ ਵਾਲੇ ਇਸਤੇਮਾਲ ਕਰਦੇ ਰਹੇ, ਕਿਉਂਕਿ ਅੰਮ੍ਰਿਤਸਰ ਤੋਂ ਭਾਵੇਂ ਬੀਜੇਪੀ ਵਾਲਿਆਂ ਨੇ ਉਹਨਾਂ ਨੂੰ ਲਗਾਤਾਰ ਉਹ MP ਬਣਾਉਂਦੇ ਰਹੇ, ਲੇਕਿਨ ਸਾਰੇ ਭਾਰਤ ਦੇ ਵਿੱਚ ਨਵਜੋਤ ਸਿੰਘ ਸਿੱਧੂ ਤੋਂ ਪ੍ਰਚਾਰ ਵੀ ਕਰਾਉਂਦੇ ਰਹੇ। ਪ੍ਰਚਾਰ ਬੰਗਾਲ 'ਚ ਕਰਵਾਉਣ ਵਾਸਤੇ ਕਾਂਗਰਸ ਪਾਰਟੀ ਨੇ ਵੀ ਕਿਹਾ ਸੀ ਨਵਜੋਤ ਸਿੰਘ ਸਿੱਧੂ ਨੂੰ, ਉਹ ਨਹੀਂ ਗਏ। ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਸੀ, ਉਹ ਗਿਆ। ਹੋਰ ਵੀ ਕਈ ਥਾਵਾਂ ਦੇ ਉੱਤੇ ਕਿਹਾ ਸੀ। ਕੱਲ ਵੀ ਕਾਂਗਰਸ ਪਾਰਟੀ ਨੇ ਇੱਕ ਰੈਲੀ ਕੀਤੀ ਸੀ, ਵੱਡੀ ਰੈਲੀ ਸੀ, ਕੌਮੀ ਪੱਧਰ ਦੀ ਰੈਲੀ ਸੀ, ਉਹ ਸੀ ਰਾਜਸਥਾਨ 'ਚ। ਉਹਦੇ ਵਿੱਚ ਰਾਹੁਲ ਗਾਂਧੀ ਵੀ ਗਿਆ ਸੀ, ਪ੍ਰਿੰਕਾ ਗਾਂਧੀ ਵੀ ਗਈ ਸੀ, ਸੋਨੀਆ ਗਾਂਧੀ ਵੀ ਗਈ ਸੀ। ਉਹਦੇ ਵਿੱਚ ਜਿਹੜੇ ਹੈਗੇ ਤੁਹਾਡੇ ਉਹਨਾਂ ਦੇ ਹੋਰ ਵੀ ਵੱਡੇ ਵੱਡੇ ਲੀਡਰ ਆਏ ਸੀ, ਇੱਕ ਦੋ ਮੁੱਖ ਮੰਤਰੀ ਵੀ ਆਏ ਸੀ, ਮੇਰਾ ਖਿਆਲ ਹੈ ਬਘੇਲ ਸਾਹਿਬ ਆਏ ਸੀ, ਸਾਡੇ ਮੁੱਖ ਮੰਤਰੀ ਨੂੰ ਵੀ ਬੁਲਾਇਆ ਸੀ। ਤੇ ਇਹ ਸੰਭਵ ਹੀ ਨਹੀਂ ਕਿ ਜੇ ਚੰਨੀ ਸਾਹਿਬ ਨੂੰ ਬੁਲਾਇਆ ਹੋਵੇ ਤਾਂ ਨਵਜੋਤ ਸਿੰਘ ਸਿੱਧੂ ਨੂੰ ਵੀ ਕਾਲ ਨਾ ਆਈ ਹੋਵੇ, ਲੇਕਿਨ ਨਵਜੋਤ ਸਿੰਘ ਸਿੱਧੂ ਉੱਥੇ ਨਹੀਂ ਗਏ। ਉਸ ਰੈਲੀ ਦੇ ਵਿੱਚ ਚੰਨੀ ਸਾਹਿਬ ਵੀ ਲੇਟ ਜੇ ਗਏ ਸੀ, ਲੇਕਿਨ ਚੰਨੀ ਹੁਣੀ ਆਪਣੀ ਲੀਡਰਸ਼ਿਪ ਦੇ ਕੋਲੇ ਹਾਜ਼ਰੀ ਲਵਾਏ ਸੀ। ਲਾਹ ਕਾਲਜ ਦੇ ਵਿੱਚ, ਲਾਹ ਭਵਨ ਦੇ ਵਿੱਚ ਜਦੋਂ ਇਹ ਕੱਲ ਗੱਲਾਂ ਬਾਤਾਂ ਕਰਦੇ ਸੀ, ਉੱਥੇ ਇਹਨਾਂ ਨੇ ਕਿਹਾ ਕਿ ਮੈਂ ਐਤਕੀ ਸ਼ੋਅ ਪੀਸ ਨਹੀਂ ਬਣੂਗਾ। ਪਰ ਨਾਲ ਮਗਰੋਂ ਉਹਨਾਂ ਨੇ ਇੱਕ ਹੋਰ ਗੱਲ ਵੀ ਕਹਿਤੀ, ਉਹਨਾਂ ਨੇ ਗੱਲ ਕਹਿਤੀ ਕਿ ਮੈਂ ਪ੍ਰਿੰਕਾ ਗਾਂਧੀ ਤੇ ਰਾਹੁਲ ਗਾਂਧੀ ਹੈ ਜਿਹੜਾ ਉਹਨਾਂ ਪ੍ਰਤੀ ਵਫਾਦਾਰ ਰਹੂੰਗਾ। ਪਰ ਜੇ ਹੁਣ ਆਪਾਂ ਇਹ ਗੱਲ ਦੇਖੀਏ, ਮੈਂ ਨਵਜੋਤ ਸਿੰਘ ਸਿੱਧੂ ਨੂੰ ਜਦੋਂ ਦੇਖਦਾ, ਨਵਜੋਤ ਸਿੰਘ ਸਿੱਧੂ ਨੇ ਤੁਹਾਡੇ ਯਾਦ ਹੋਣਾ ਇੱਕ ਵਾਰੀ ਇਹ ਵੀ ਗੱਲ ਕਹੀ ਸੀ ਕਿ ਜਾਂ ਤਾਂ ਮੇਰਾ ਜਿਹੜਾ ਪੰਜਾਬ ਏਜੰਡਾ ਹੈ ਇਹਨੂੰ ਲਾਗੂ ਕਰੋ, ਇੰਪਲੀਮੈਂਟ ਕਰੋ, ਜੇ ਇਹਦੇ ਤੇ ਇੰਪਲੀਮੈਂਟੇਸ਼ਨ ਨਹੀਂ ਹੁੰਦੀ, ਤੁਸੀਂ ਮੈਨੂੰ ਇਜਾਜ਼ਤ ਨਹੀਂ ਦਿਓਗੇ ਤਾਂ ਮੈਂ ਇੱਟ ਨਾਲ ਇੱਟ ਖੜਕਾ ਦੂੰਗਾ। ਹੁਣ ਬੰਦਾ ਇੱਟ ਨਾਲ ਇੱਟ ਖੜਕਾਉਂਦਾ ਸੀ, ਇੱਟ ਨਾਲ ਇੱਟ ਖੜਕਾਉਂਦਾ ਜੇ ਉਹ ਰਾਹੁਲ ਗਾਂਧੀ ਤੇ ਪ੍ਰਿੰਕਾ ਗਾਂਧੀ ਦੀ ਵਫਾਦਾਰੀ ਦੀ ਗੱਲ ਕਰਦਾ ਹੈ ਤਾਂ ਇਹ ਇੰਨਾ ਫਰਕ ਕਿਵੇਂ? ਇਹਦੇ ਨਾਲ ਇੱਕ ਗੱਲ ਤਾਂ ਕਲੀਅਰ ਹੋ ਗਈ ਜਿਹੜੀ ਅੱਜ ਵੀ ਉਹਨੇ ਕਹੀ ਹੈ ਕਿ ਬਹੁਤ ਸਾਰੇ ਲੋਕ ਇਹ ਅਫਵਾਹਾਂ ਉਡਾ ਰਹੇ ਹੈ, ਮੇਰੇ ਵਿਰੋਧੀ ਅਫਵਾਹਾਂ ਉਡਾ ਰਹੇ ਕਿ ਮੈਂ ਕਾਂਗਰਸ ਪਾਰਟੀ ਛੱਡੂੰਗਾ। ਆਮ ਆਦਮੀ ਪਾਰਟੀ ਵੱਲੋਂ ਹਾਲੇ ਤੱਕ ਆਪਣੇ ਮੁੱਖ ਮੰਤਰੀ ਚਿਹਰੇ ਦਾ ਐਲਾਨ ਨਹੀਂ ਕੀਤਾ ਗਿਆ। ਬਿਲਕੁਲ, ਬਹੁਤ ਸਾਰੇ ਪੱਤਰਕਾਰ, ਬਹੁਤ ਸਾਰੇ ਸਿਆਸੀ ਜਿਹੜੇ ਹੈਗੇ ਆ ਪੰਡਤ ਟੇਵੇ ਲਾਉਂਦੇ ਹੈ ਕਿ ਸ਼ਾਇਦ ਕੇਜਰੀਵਾਲ ਨਵਜੋਤ ਸਿੰਘ ਸਿੱਧੂ ਨੂੰ ਵੇਟ ਕਰਦੇ ਹੈ ਕਿ ਨਵਜੋਤ ਸਿੰਘ ਸਿੱਧੂ ਕਦੋਂ ਕਾਂਗਰਸ ਪਾਰਟੀ ਤੋਂ ਰੁਖਸਤ ਹੋਵੇ ਤੇ ਉਹ ਸਾਡੇ ਵਾਲੇ ਪਾਸੇ ਆਵੇ ਤੇ ਅਸੀਂ ਲੈ ਕੇ ਚੱਲੀਏ। ਉਹ ਕਹਿੰਦੇ ਅੰਡਰ ਕਰੰਟ ਹੈ, ਬਹੁਤ ਸਾਰੇ ਲੋਕ ਕਹਿੰਦੇ ਕਿ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਅੰਡਰ ਕਰੰਟ ਇੱਕ ਮੂਵਮੈਂਟ ਚੱਲ ਰਹੀ ਹੈ। ਸੀ ਵੋਟਰ ਵਾਲਿਆਂ ਨੇ ਇੱਕ ਸਰਵੇ ਕੀਤਾ, ਪਹਿਲਾਂ ਵੀ ਉਹਨਾਂ ਨੇ ਸਰਵੇ ਦੇ ਵਿੱਚ ਨੰਬਰ 1 ਦੇ ਉੱਤੇ ਆਮ ਆਦਮੀ ਪਾਰਟੀ ਦਿਖਾਈ ਸੀ, ਹੁਣ ਵੀ ਉਹਨਾਂ ਨੇ ਨੰਬਰ 1 ਦੇ ਉੱਤੇ ਆਮ ਆਦਮੀ ਪਾਰਟੀ ਦਿਖਾਈ ਹੈ। ਮੁਕਾਬਲਾ ਉਹ ਦਿਖਾਉਂਦੇ ਆ ਕਾਂਗਰਸ ਨਾਲ, ਪਰ ਅਕਾਲੀ ਦਲ ਨੂੰ ਤੀਜੇ ਨੰਬਰ ਤੇ ਦਿਖਾਉਂਦੇ ਉਹ ਸਾਰਾ 25 ਤੇ 17 18 ਤੋਂ ਲੈ ਕੇ 25 ਸੀਟਾਂ ਤੱਕ ਲੈ ਕੇ ਆਉਂਦੇ। ਜਿਹੜੀ ਵੱਡੀ ਚੀਜ਼ ਹੈ, ਵੱਡਾ ਫੈਕਟਰ ਹੈ ਕਿ ਅਜੇ ਤੱਕ ਇੱਕ ਹੋਰ ਧਿਰ ਨੇ ਉਹਨੇ ਬੀਜੇਪੀ ਨੇ ਤੇ ਬੀਜੇਪੀ ਦੇ ਅਲਾਈਜ਼ ਨੇ, ਉਹਨਾਂ ਨੂੰ ਹਾਲੇ ਤੱਕ ਉਹ ਕਿਤੇ ਮਿੰਦੇ ਨਹੀਂ, ਗਿਣਤੀ ਮਿੰਤੀ 'ਚ ਨਹੀਂ। ਲੇਕਿਨ ਜਿਹੜੇ ਬੰਦੇ ਗਿਣਤੀ ਮਿੰਤੀ 'ਚ ਨਹੀਂ ਹੁੰਦੇ, ਹੁਣ ਮੈਂ ਅਮਰਿੰਦਰ ਸਿੰਘ ਦੀ ਇੱਕ ਸੁਣੀ ਸੀਗੀ ਇੰਟਰਵਿਊ, ਉਹ ਕਹਿੰਦਾ ਇੱਕ ਵਾਰੀ ਮੈਨੂੰ 14 ਦਿਨ ਨਹੀਂ ਮਿਲੇ ਸੀ ਪ੍ਰਚਾਰ ਵਾਸਤੇ, ਜਦੋਂ ਕਹਿੰਦਾ ਮੈਂ ਪਟਿਆਲੇ ਤੋਂ ਬਣਿਆ ਪਾਰਲੀਮੈਂਟ ਦਾ ਮੈਂਬਰ
ਸਿਰਫ 14 ਦਿਨ ਸੀ ਜਦੋਂ ਮੇਰਾ ਐਲਾਨ ਹੋਇਆ, ਤੇ ਮੇਰੇ ਮੁਕਾਬਲੇ ਤੇ ਜਿਹੜਾ ਅਕਾਲੀ ਲੀਡਰ ਸੀ ਉਹ ਸ਼ਾਇਦ ਅਜੀਤ ਸਿੰਘ ਸਰਹੱਦੀ ਸੀ, ਉਹਦਾ 3 ਮਹੀਨੇ ਪਹਿਲਾਂ ਹੋ ਗਿਆ ਸੀ। ਇਹ ਕਈ ਵਾਰੀ ਸਰਕਮਸਟਾਂਸ ਜਿਹੇ ਅਜਿਹੇ ਬਣ ਜਾਂਦੇ ਹੈ, ਸਮੀਕਰਨ ਅਜਿਹੇ ਬਣ ਜਾਂਦੇ, ਕੁਛ ਵੀ ਹੈ। ਅੱਜ ਵੀ ਨਵਜੋਤ ਸਿੰਘ ਸਿੱਧੂ ਇੱਥੇ ਆਏ, ਇੱਥੇ ਵੀ ਨਵਜੋਤ ਸਿੰਘ ਸਿੱਧੂ ਨੇ ਜਿਹੜੀ ਅੱਜ ਗੱਲ ਕਹੀ, ਅੱਜ ਵਾਲੀ ਗੱਲ 'ਚ ਥੋੜ੍ਹੀ ਵੱਖਰੀ ਸੀ, ਕਿਉਂਕਿ ਅੱਜ ਜਿਸ ਕੰਸਟੀਚੂੰਸੀ ਦੇ ਵਿੱਚ ਆਏ ਉਹ ਰੂਰਲ ਕੰਸਟੀਚੂੰਸੀ ਹੈ, ਉਹ ਰਿਜ਼ਰਵ ਕੰਸਟੀਚੂੰਸੀ ਹੈ। 2017 ਦੀਆਂ ਚੋਣਾਂ ਵੇਲੇ ਉੱਥੇ ਜਿਹੜਾ ਕੈਂਡੀਡੇਟ ਉਤਾਰਿਆ ਗਿਆ ਸੀ ਜੀ, ਉਹ ਕੈਂਡੀਡੇਟ ਬੇਸਿਕਲੀ ਜਿਹੜਾ ਬਠਿੰਡਾ ਦਿਹਾਤੀ ਨਾਲ ਸੰਬੰਧ ਨਹੀਂ ਰੱਖਦਾ। ਉਹਦੀ ਜੇ ਆਪਾਂ ਦੇਖੀਏ ਜਿਹੜੀ ਹੋਮ ਕੰਸਟੀਚੂੰਸੀ ਹੈ ਉਹ ਭੁੱਚੋ ਕਲਾਂ ਹੈ, ਕਿਉਂਕਿ ਉਹਦਾ ਪਿੰਡ ਜਿਹੜਾ ਭੁੱਚੋ ਕਲਾਂ 'ਚ ਪੈਂਦੇ, ਲੇਕਿਨ ਉਹ ਬੰਦਾ ਬੈਂਕ ਮੁਲਾਜ਼ਮ ਸੀ, ਬੈਂਕ ਦੇ ਵਿੱਚ ਮੁਲਾਜ਼ਮਤ ਕਰਦਾ ਸੀ। ਪੀਪਲਜ਼ ਪਾਰਟੀ ਆਫ ਪੰਜਾਬ ਦੇ ਵਿੱਚ ਸ਼ਾਮਲ ਹੋ ਗਿਆ ਸੀ ਮਨਪ੍ਰੀਤ ਸਿੰਘ ਬਾਦਲ ਦੀ ਪ੍ਰੇਰਨਾ ਦੇ ਨਾਲ ਜੀ, ਔਰ ਪੀਪਲਜ਼ ਪਾਰਟੀ 'ਚ ਸ਼ਾਮਲ ਹੋ ਕੇ ਉਹਨੇ 2012 ਦੇ ਵਿੱਚ ਨਥਾਣਾ ਹਲਕਾ ਆਪਣਾ ਭੁੱਚੋ ਕਲਾਂ ਹਲਕੇ ਤੋਂ ਚੋਣ ਲੜੀ ਸੀ, ਚੰਗੀਆਂ ਵੋਟਾਂ ਲੈ ਗਿਆ ਸੀ। ਲੇਕਿਨ ਐਤਕੀ ਜਿਹੜਾ ਹੈਗਾ ਮੰਗਦਾ ਤਾਂ ਉੱਥੋਂ ਹੀ ਸੀ, ਭੁੱਚੋ ਕਲਾਂ ਤੋਂ। ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਜੀ ਤੁਸੀਂ ਨਹੀਂ, ਆ ਜਿਹੜੀ ਬਠਿੰਡਾ ਦਿਹਾਤੀ ਤੇ ਚਲੋ, ਇਹ ਉਹਨਾਂ ਦੇ ਪਿੰਡ ਦੇ ਨਾਲ ਲੱਗਦੀ ਕੰਸਟੀਚੂੰਸੀ ਹੈ, ਗੁਆਂਢੀ ਕੰਸਟੀਚੂੰਸੀ ਹੈ। ਮਤਲਬ ਇਹ ਸੀਗਾ ਕਿ ਇਸ ਕੰਸਟੀਚੂੰਸੀ ਤੇ ਵੀ ਆਪਣਾ ਕਬਜ਼ਾ ਹੋ ਜਾਏ, ਬਠਿੰਡੇ ਤੇ ਵੀ ਆਪਣਾ ਕਬਜ਼ਾ ਹੋ ਜਾਏ, ਲੇਕਿਨ ਉਹ ਲੇਟ ਸੀ। ਆਮ ਆਦਮੀ ਪਾਰਟੀ ਦੀ ਕੈਂਡੀਡੇਟ ਰੁਪਿੰਦਰ ਕੌਰ ਰੂਬੀ ਜਿੱਤ ਗਈ ਸੀ ਉੱਥੇ, ਤੇ ਇਹ ਹਾਰ ਗਏ ਸੀ। ਪਰ ਉਹ ਬੰਦੇ ਨੇ ਮਿਹਨਤ ਕੀਤੀ ਜੀ, ਮਿਹਨਤ ਕਰਕੇ ਉਹਨੇ ਉਸ ਕੰਸਟੀਚੂੰਸੀ ਨੂੰ ਇਸ ਹੱਦ ਤੱਕ, ਮਤਲਬ ਜਿਹੜੇ ਉੱਥੇ ਆਪਦੀ ਪੋਜੀਸ਼ਨ ਮਜ਼ਬੂਤ ਕਰ ਲਈ ਕਿ 2 ਸਾਲਾਂ ਬਾਅਦ 2019 ਜਦੋਂ ਲੋਕ ਸਭਾ ਦੀਆਂ ਚੋਣਾਂ ਹੁੰਦੀਆਂ, ਜਿੰਨੀਆਂ ਵੋਟਾਂ ਉਸ ਪਹਿਲਾਂ 2017 'ਚ ਲਾਡੀ ਨੂੰ ਆਪ ਨੂੰ ਪਈਆਂ ਸੀ, ਉਹਦੇ ਨਾਲ ਕਿਤੇ ਵੱਧ ਰਾਜੇ ਵੜਿੰਗ ਨੂੰ ਪੈ ਗਈਆਂ ਸੀ। ਹੁਣ ਪਿਛਲੇ ਸਮੇਂ ਦੇ ਵਿੱਚ ਕੁਛ ਮੁੱਦਿਆਂ ਨੂੰ ਲੈ ਕੇ ਉਹਨਾਂ ਦੇ ਆਪਸੀ ਮਤਭੇਦ ਪੈਦਾ ਹੋ ਗਏ ਮਨਪ੍ਰੀਤ ਸਿੰਘ ਬਾਦਲ ਦੇ ਨਾਲ, ਔਰ ਉੱਥੇ ਉਹਨੇ ਇਹ ਪਹਿਲਾਂ ਵੀ ਆਪਾਂ ਨੂੰ ਪਤਾ ਵੀ ਇਲਜ਼ਾਮ ਵੀ ਲਾਏ, ਨਸ਼ਾ ਵਿਕਣ ਦੇ ਇਲਜ਼ਾਮ ਵੀ ਲਾਏ ਕਿ ਕੁਝ ਥਾਣੇਦਾਰ ਨਸ਼ਾ ਬਕਵਾਉਂਦੇ, ਇਹ ਵੀ ਇਲਜ਼ਾਮ ਲਾਏ ਸੀ ਕਿ ਮੇਰੇ ਹਲਕੇ 'ਚ ਮੇਰੀ ਤਾਂ ਪੁੱਛਦੇ ਨਹੀਂ, ਅੱਜ ਵੀ ਕਹੀ ਜਾਂਦਾ ਸੀ ਮੇਰੇ ਤਾਂ ਥਾਣੇਦਾਰ ਨਹੀਂ ਬਾਹਰੋਂ ਲੱਗਦੇ, ਮੇਰੇ ਹੱਕੇ ਦਾ ਥਾਣੇਦਾਰ ਨਹੀਂ। ਅੱਜ ਤਾਂ ਉਹਨੇ ਬਹੁਤ ਕੁਝ ਕਹਿਤਾ, ਅੱਜ ਤਾਂ ਉਹਨੇ ਕਹਿਤਾ ਕਿ 15 ਕਰੋੜ ਰੁਪਈਆ ਜਿਹੜਾ ਪੰਚਾਇਤਾਂ ਨੂੰ ਦੇਣ ਵਾਸਤੇ ਮੁੱਖ ਮੰਤਰੀ ਦੇ ਕੋਠੇ 'ਚੋਂ ਆਇਆ ਵੈ, ਉਹ 15 ਕਰੋੜ ਰੁਪਈਆ ਰੋਕਿਆ ਪਿਆ। ਉਹ ਕਹਿੰਦੇ ਵੀ ਕੋਈ ਤਾਕਤ ਉਹ 15 ਕਰੋੜ ਰੁਪਈਆ ਪੰਚਾਇਤਾਂ ਨੂੰ ਨਹੀਂ ਦੇਣ ਦਿੰਦੀ, ਕਿ ਜੇ ਪੰਚਾਇਤਾਂ ਦੇ ਜਰੀਏ ਉਹ 15 ਕਰੋੜ ਰੁਪਈਆ ਲੱਗ ਗਿਆ ਫਿਰ ਕੀ ਹੋਊਗਾ? ਫਿਰ ਇਹ ਹੋਊਗਾ ਜੇ 15 ਕਰੋੜ ਰੁਪਈਆ ਲੱਗ ਗਿਆ ਕਿ ਪੰਚਾਇਤਾਂ, ਕਿਉਂਕਿ 60 ਪੰਚਾਇਤਾਂ 60 ਦੇ ਕਰੀਬ ਹੈ, ਇੱਕ ਅੱਧੀ ਘੱਟ ਵੱਧ ਹੋ ਸਕਦੀ ਹੈ, ਜ਼ਿਆਦਾਤਰ ਸਰਪੰਚ ਲਾਡੀ ਨਾਲ ਖੜੇ ਹੈ। ਜਦੋਂ ਸਰਪੰਚ ਆਪਣੀ ਮਰਜ਼ੀ ਨਾਲ ਪੈਸਾ ਨਹੀਂ ਖਰਚ ਕਰਨਗੇ ਤੇ ਉਹ ਲੋਕਾਂ ਤੋਂ ਵੋਟਾਂ ਕਿਵੇਂ ਮੰਗਣਗੇ? ਬਿਲਕੁਲ। ਉਹ ਕਹਿੰਦਾ ਵੀ ਅਸਲ ਦੇ ਵਿੱਚ ਮੈਨੂੰ ਹਰਵਾਉਣ ਵਾਸਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਰਪੰਚਾਂ ਰਾਹੀਂ ਪੈਸਾ ਨਾ ਲੱਗੇ, ਔਰ ਇਹਦੇ ਤੇ ਨਵਜੋਤ ਸਿੱਧੂ ਨੇ ਦਾ ਨੋਟਿਸ ਲਿਆ। ਰਾਜੇ ਵੜਿੰਗ ਨੇ ਉਹਦੀ ਪੁਸ਼ਟੀ ਕੀਤੀ ਹੈ। ਰਾਜੇ ਵੜਿੰਗ ਨੇ ਇਹ ਤਾਂ ਬੜੀ ਵੱਡੀ ਗੱਲ ਕਹਿਤੀ। ਉਹ ਕਹਿੰਦਾ ਨਵਜੋਤ ਸਿੰਘ ਸਿੱਧੂ ਮੇਰੀ ਇਲੈਕਸ਼ਨ ਵੇਲੇ 2019 ਜਦੋਂ ਆਇਆ, ਕਹਿੰਦਾ ਉਹ 25-75 ਦੀ ਗੱਲ ਕਰਦਾ ਸੀ। ਮੇਰੇ ਕਹਿੰਦਾ ਉਹ ਤੇ ਗੱਲ ਸਮਝ ਨਹੀਂ ਆਈ, ਪਰ ਫਿਰ ਕਹਿੰਦਾ ਮੇਰੇ ਗੱਲ ਸਮਝ ਆ ਗਈ ਜਦੋਂ ਰਿਜ਼ਲਟ ਆ ਗਿਆ। ਜੇ ਕਹਿੰਦਾ 25-75 ਨਾ ਹੁੰਦਾ ਫਿਰ ਹਰਸਿਮਰਤ ਕੌਰ ਬਾਦਲ ਜਿੱਤਦੀ ਨਹੀਂ ਸੀ। ਕਹਿੰਦਾ ਮੈਂ ਗੋਡਨੀਆਂ ਲਵਾ ਦਿੰਦਾ, ਰੋੜ ਦਿੰਦਾ, ਮੈਂ ਉਹਨੂੰ ਸ਼ਬਦ ਵਰਤਿਆ, ਮੈਂ ਰੋੜ ਦਿੰਦਾ, ਮੈਂ ਜਿੱਤ ਜਾਣਾ ਸੀ। ਹੁਣ ਉਹ ਨਾਲ ਅਗਲੀ ਗੱਲ ਕਹਿਤੀ, ਬਹੁਤ ਵੱਡੀ ਗੱਲ ਕਹਿਤੀ। ਇੱਕ ਉੱਥੇ ਸਪੀਕਰ ਹੋਰ ਬੋਲਿਆ, ਉਹ ਨਵਜੋਤ ਸਿੱਧੂ ਨੂੰ ਕਹਿੰਦਾ ਜਿਹੜੀ ਆ ਸੜਕ ਹੈ ਜਿੱਥੇ ਆਪਾਂ ਬੈਠੇ ਰੈਲੀ ਕਰ ਰਹੇ ਹਾਂ ਨਰੂਣਾ ਪਿੰਡ 'ਚ, ਇਹ ਸੜਕ ਬਾਦਲ ਪਿੰਡ ਨੂੰ ਜਾਂਦੀ ਹੈ। 10 ਸਾਲ ਇਸ ਸੜਕ ਦੇ ਰਾਹੀਂ ਪੰਜਾਬ ਦੇ ਖੂਨ ਪਸੀਨੇ ਦੀ ਕਮਾਈ ਹੈ ਜਿਹੜੀ, ਉਹ ਦੌਲਤ ਹੈ ਜਿਹੜੀ, ਉਹ ਗਈ ਸੀ, ਉਹ ਅਜੇ ਬੰਦ ਨਹੀਂ ਹੋਈ, ਕਹਿੰਦਾ ਅਜੇ ਤੱਕ ਵੀ ਜਾਰੀ ਹੈ। ਮਤਲਬ ਇੰਨਾ ਨੰਗਾ ਨਾਚ ਜਿਹੜਾ ਹੈਗਾ, ਨੰਗੇ ਇਲਜ਼ਾਮਤ ਕਹਿ ਸਕਦੇ, ਧੜੇਬਾਜ਼ੀ ਦਾ ਨੰਗਾ ਨਾਚ, ਧੜੇਬਾਜ਼ੀ ਦਾ ਨੰਗਾ ਨਾਚ ਮੈਂ ਪਹਿਲਾਂ ਕਦੇ ਨਹੀਂ ਦੇਖਿਆ। ਔਰ ਨਵਜੋਤ ਸਿੱਧੂ ਨੇ ਅੱਜ ਫਿਰ ਇਹ ਗੱਲ ਕੀ ਕਿ ਲੋਕੋ ਦੱਸੋ ਕੀ ਤੁਹਾਨੂੰ 100 ਰੁਪਏ ਕੇਬਲ ਸਰਵਿਸ ਮਿਲਦੀ ਹੈ? ਲੋਕ ਕਹਿੰਦੇ ਨਹੀਂ। ਉਹ ਕਹਿੰਦਾ ਵੀ ਮੈਨੂੰ ਆਪ ਨੂੰ ਇਸ ਗੱਲ ਦਾ ਪਤਾ ਹੈ ਕਿ 5.5 ਰੁਪਏ ਕਹਿੰਦੇ ਸੀ ਫੁੱਟ ਮਿਲੂਗਾ, ਰੇਤਾ ਨਹੀਂ ਮਿਲਦਾ। ਰੇਤਾ ਤਾਂ ਕਹਿੰਦੇ ਵੀ 17-18 ਤੋਂ ਲੈ ਕੇ 35 ਰੁਪਏ ਤੱਕ ਮਿਲਦਾ, ਪਰ ਉਹ ਕਹਿੰਦਾ ਵੀ ਮੈਂ ਇਹਦੇ ਹੱਕ 'ਚ ਨਹੀਂ। ਉਹ ਵਾਰ-ਵਾਰ ਫਿਰ ਉਹੀ ਗੱਲ ਕਹਿੰਦਾ ਮੈਂ ਸ਼ਰਾਬ ਪੀਂਦਾ ਨਹੀਂ, ਪਰ ਸ਼ਰਾਬ ਤੋਂ ਜਿਹੜੀ ਹੋਣ ਵਾਲੀ ਕਮਾਈ ਉਹ ਮਾਫੀਆ ਦੇ ਜਾਂਦੀ ਹੈ। ਕਹਿੰਦਾ 200 ਰੁਪਏ ਦੀ ਬੋਤਲ ਪੰਜਾਬ 'ਚ 1000 ਰੁਪਏ ਦੀ ਵਿਕਦੀ ਹੈ। ਉਹ ਲੋਕਾਂ ਤੋਂ ਜਿਹੜਾ 800 ਰੁਪਇਆ ਵੱਧ ਲਿਆ ਜਾਂਦਾ ਹੈ, ਉਹ ਕਾਹਦਾ ਲਿਆ? ਉਹ 800 ਰੁਪਇਆ ਵੱਧ ਜਾਂਦਾ ਕਿਹਦੇ ਕੋਲੇ? ਉਹ ਕਹਿੰਦਾ ਖਜ਼ਾਨੇ 'ਚ ਜਾਵੇ ਤਾਂ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਏ, ਉਹ ਜਾਂਦਾ ਮਾਫੀਆ ਦੇ ਝੋਲੇ 'ਚ। ਉਸ ਨੂੰ ਰੋਕ ਲਓ, ਤੁਸੀਂ ਸ਼ਰਾਬ ਦੇ ਪੈਸੇ ਨੂੰ ਰੋਕ ਲਓ, ਤੁਸੀਂ ਰੇਤੇ ਦੇ ਪੈਸੇ ਨੂੰ ਰੋਕ ਲਓ। ਇਹ 2 ਚੀਜ਼ਾਂ ਤੁਸੀਂ ਰੋਕ ਲਓ। ਇਹਨਾਂ ਦੋਨਾਂ ਚੀਜ਼ਾਂ ਨੂੰ ਰੋਕ ਕੇ ਜਿਹੜਾ ਇਹਦਾ ਪੈਸਾ ਆਊਗਾ, ਬਹੁਤ ਸਾਰੀਆਂ ਕੇਂਦਰੀ ਸਕੀਮਾਂ, ਜਿਨ੍ਹਾਂ ਕੇਂਦਰੀ ਸਕੀਮਾਂ ਦੇ ਵਿੱਚ 70-80% ਸਰਮਾਇਆ ਕੇਂਦਰ ਦਾ। ਸਟੇਟ ਨੇ 20, ਤੁਸੀਂ ਮੈਚਿੰਗ ਗ੍ਰਾਂਟ ਹੀ ਪਾਉਣੀ ਹੈ ਥੋੜੀ ਜਿਹੀ, ਸਟੇਟ ਨੇ 20 ਜਾਂ 30 ਦੇਣਾ ਹੁੰਦਾ ਹੈ। ਕੁਝ ਤਾਂ ਮੈਨੂੰ ਪਤਾ ਕੁਝ ਸਕੀਮਾਂ ਤੇ ਹੈਗੀਆਂ ਜਿੱਥੇ ਸਿਰਫ 10% ਪਾਉਣਾ, ਲੇਕਿਨ ਤੁਹਾਡੇ ਕੋਲ 10% ਪਾਉਣ ਵਾਸਤੇ ਵੀ ਹੈ ਨਹੀਂਗਾ। ਕਿਉਂ ਨਹੀਂ ਹੈ? ਕਿਉਂਕਿ ਜਿਹੜਾ ਸੀ ਸਾਨੂੰ ਆਪਣਾ ਜਿਹੜਾ ਰੈਵਨਿਊ ਕਲੈਕਟ ਹੁੰਦਾ ਹੈ, ਉਹ ਤਾਂ ਸਾਡਾ ਵੱਡਾ ਹਿੱਸਾ ਵਿਆਜ ਦੇ ਵਿੱਚ ਚਲਾ ਜਾਂਦਾ।
ਉਹਨੇ ਇਹ ਬਾਰ-ਬਾਰ ਉਹੀ ਕਹਿ ਰਿਹਾ ਸੀਗਾ ਕਿ ਇਹਨਾਂ ਸਾਰੀਆਂ ਚੀਜ਼ਾਂ ਨੂੰ ਰੋਕਿਆ ਜਾਵੇ। ਅੱਜ ਵੀ ਮੈਨੂੰ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਬੋਲਬਾਣੀ ਹੈ ਜੀ, ਉਹਦੇ ਵਿੱਚ ਸੰਜੀਦਗੀ ਜਾਪੀ। ਇਹ ਠੀਕ ਹੈ ਕਿ ਉਹ ਜਿਵੇਂ ਆਉਣਾ ਆ ਕੇ ਉਹਨੂੰ ਛਿੱਕਾ ਜਾ ਮਾਰਨਾ, ਜਿਵੇਂ ਬੱਲਾ ਜਾ ਕਰ ਦਿੰਦੇ, ਸਾਰੀਆਂ ਗੱਲਾਂ ਕਰਦਾ ਕਰੋ, ਲੇਕਿਨ ਅੱਜ ਜਿਹੜਾ ਉਹਨੇ ਐਲਾਨ ਕੀਤਾ, ਉਹਨੇ ਕਿਹਾ ਹਾਂ 15 ਕਰੋੜ ਰੁਪਈਆ ਪੰਚਾਇਤਾਂ ਨੂੰ ਲੱਗਣ ਨਹੀਂ ਦਿੱਤਾ ਸੀ। ਉਹ ਕਹਿੰਦਾ ਮੈਂ ਹਰੀਸ਼ ਸ਼ਰਾਵਤ ਨਾਲ ਹਰੀਸ਼ ਚੌਧਰੀ ਨਾਲ ਮੈਂ ਟੈਲੀਫੋਨ ਤੇ ਗੱਲ ਕਰਕੇ ਆਇਆ, ਮੈਂ ਡਿਪਟੀ ਕਮਿਸ਼ਨਰ ਨੂੰ ਵੀ ਦੱਸਿਆ ਕਿ 15 ਕਰੋੜ ਰੁਪਈਆ ਪੰਚਾਇਤਾਂ ਨੂੰ ਜਾਣਾ ਚਾਹੀਦਾ। ਫਿਰ ਇੱਕ ਵੱਡੇ ਸਕੈਂਡਲ ਦੀ ਗੱਲ ਵੀ ਕਰਤੀ ਅੱਜ ਤਲਾੜੀ ਦੀ। ਅੱਛਾ ਜੀ। ਉਹ ਕਹਿੰਦਾ ਜਿਹੜਾ ਭਾਰਤ ਮਾਲਾ ਸਕੀਮ ਸ਼ੁਰੂ ਹੋਈ ਹੈ, ਜਿਹਦੇ ਵਿੱਚ ਸੜਕਾਂ ਚੌੜੀਆਂ ਹੋ ਰਹੀਆਂ, ਬਠਿੰਡੇ ਤੋਂ ਡੱਬਾਲੀ ਤੱਕ ਹੋਣੀਆਂ, ਇਹਨਾਂ ਸੜਕਾਂ ਦੇ ਵਿੱਚ ਵੀ ਕਹਿੰਦਾ ਜੀ ਸਕੈਂਡਲ ਆ ਬਹੁਤ ਵੱਡਾ। ਉਹ ਕਹਿੰਦਾ ਜਿਹੜੇ ਆਮ ਕਿਸਾਨ ਹੈ, ਆਮ ਕਿਸਾਨਾਂ ਨੂੰ ਮੁਆਵਜ਼ਾ ਸੁਧਾਰਨ ਦਿੱਤਾ ਜਾ ਰਿਹਾ ਜੀ, ਲੇਕਿਨ ਜਿਹੜੇ ਵੱਡੇ ਵੱਡੇ ਘਰਾਣੇ ਹੈ, ਜਿਹੜੇ ਵੱਡੇ ਲੋਕਾਂ ਨਾਲ ਰਲੇ ਹੋਏ ਆ, ਉਹਨਾਂ ਦੇ ਕੋਲੇ ਵੀ ਜ਼ਮੀਨਾਂ ਹੋਈ ਹੈ, ਉਹਨਾਂ ਜ਼ਮੀਨਾਂ ਨੂੰ ਕਮਰਸ਼ੀਅਲ ਜ਼ਮੀਨਾਂ ਬਣਾਤਾ। ਹੈ ਕੁਝ ਵੀ ਨਹੀਂ, ਕਿਸੇ ਦੇ ਘੋੜਿਆਂ ਦਾ ਅਸਤਬਲ ਦਿਖਾਤਾ, ਕਿਤੇ ਸਟੱਡ ਫਾਰਮ ਬਣਾਤਾ, ਕਿਤੇ ਕੁਛ ਬਣਾਤਾ, ਕਿਤੇ ਕੁਛ ਬਣਾਤਾ। ਉੱਥੇ ਮਤਲਬ ਕਹਿੰਦੇ ਆਲੇ ਦੁਆਲੇ ਥੋੜੀਆਂ ਕੰਧਾਂ ਕੱਢ ਕੇ ਉਹਨਾਂ ਨੂੰ ਕਰਤਾ, ਉਹਨਾਂ ਨੂੰ ਕਰੋੜਾਂ ਰੁਪਈਆ ਦੇਤਾ। ਉਹ ਕਹਿੰਦਾ ਇੱਕ ਵੱਡਾ ਸਕੈਂਡਲ ਹੈ, ਇਹਦੀ ਪੜਤਾਲ ਹੋਣੀ ਚਾਹੀਦੀ ਹੈ। ਆਹ ਜਿਹੜੀਆਂ ਗੱਲਾਂ ਹੋਈਆਂ ਅੱਜ ਨਵਜੋਤ ਸਿੱਧੂ ਨੇ ਤਾਂ ਅੱਜ ਡਿਕਲੇਅਰ ਕਰ ਦਿੱਤਾ। ਉਹ ਕਹਿੰਦਾ ਵੀ ਆਹੀ ਬੰਦਾ ਇੱਥੋਂ MLA ਬਣੂਗਾ, ਜਿੰਨਾ ਕੋਈ ਜ਼ੋਰ ਮਰਜ਼ੀ ਲਾ ਲੈ, ਮੈਨੂੰ MLA ਬਣਾ ਕੇ ਹਟੂੰਗਾ। ਹਾਲਾਂਕਿ ਟਿਕਟ ਦੇਣੀ ਨਾ ਦੇਣੀ ਇਹ ਹਾਈ ਕਮਾਂਡ ਦੇ ਪਰਵਿਊ 'ਚ ਹੈ, ਉਹਨਾਂ ਦੇ ਅਧਿਕਾਰ ਖੇਤਰ ਦੇ ਵਿੱਚ ਹੈ, ਉਹਨਾਂ ਨੇ ਦੇਣੀ ਹੈ। ਪਰ ਉਹਨੇ ਕਹਿੰਦਾ ਵੀ ਮੈਂ ਹੁਣ ਤੱਕ ਜਿੰਨੇ ਵੀ ਇਕੱਠ ਦੇਖੇ ਹੈ, ਸਾਰੇ ਇਕੱਠਾਂ ਦੇ ਵਿੱਚੋਂ ਸਭ ਤੋਂ ਵੱਧ ਕਰੰਟ ਕਹਿੰਦਾ ਮੈਂ ਇਸ ਇਕੱਠ 'ਚ ਦੇਖੇ। ਅਗਲੀ ਗੱਲ ਕਹਿੰਦਾ ਜੇ ਤੁਹਾਡੇ 'ਚ ਕਰੰਟ ਹੈਗਾ, ਆਹ ਇਕੱਠ 'ਚ ਕਰੰਟ ਹੈਗਾ, ਤਾਂ ਮੈਂ ਵੀ ਬਿਜਲੀ ਦੀ ਨੰਗੀ ਤਾਰ ਹਾਂ, ਮੈਂ ਜਿਹਨੂੰ ਚੁੱਪੜ ਜਾਣਾ ਨਾ, ਫਿਰ ਕਹਿੰਦਾ ਪਟਾਕਾ ਹੀ ਪੈਂਦਾ। ਉਹ ਕਹਿੰਦਾ ਮੈਨੂੰ ਪਤਾ ਹੈ ਕਿ ਉਹ ਕਿਹੜੀਆਂ ਤਾਕਤਾਂ ਜਿਹੜੀਆਂ ਲਾਡੀ ਦੇ ਰਾਹ ਦੇ ਵਿੱਚ ਰੁਕਾਵਟਾਂ ਪਾਉਂਦੀਆਂ। ਮਤਲਬ ਉਹਨੇ ਨਾਂ ਨਹੀਂ ਲਿਆ, ਲੇਕਿਨ ਅੱਜ ਜਿਹੜੀ ਜੇ ਆਪਾਂ ਦੇਖੀਏ ਤਾਂ ਦੋ ਧਾਰੀ ਤਲਵਾਰ ਸੀ। ਇੱਕ ਪਾਸੇ ਤਲਵਾਰ ਮਨਪ੍ਰੀਤ ਸਿੰਘ ਬਾਦਲ ਤੇ ਵਾਰ ਕਰ ਰਹੀ ਸੀ, ਦੂਜੇ ਪਾਸੇ ਚੰਨੀ ਤੇ ਵਾਰ ਕਰ ਰਹੀ ਸੀ। ਚਲੋ ਕੈਪਟਨ ਅਮਰਿੰਦਰ ਸਿੰਘ ਤਾਂ ਹੈ ਹੀ ਨਹੀਂ ਹੁਣ, ਉਹ ਤਾਂ ਹੈ ਹੀ ਹੈ ਨਾ, ਉਹਨੂੰ ਤਾਂ ਉਹਦੇ ਤੇ ਛੱਡੋ ਨਾ ਪਾਰਟੀ। ਉਹ ਕਹਿੰਦਾ ਸਾਡਾ ਲੜਾਈ ਵੀ ਕਾਂਗਰਸ ਚ ਹੀ ਹੈ, ਬਸ ਕਾਂਗਰਸ ਚ ਹੀ ਹੈ। ਔਰ ਇਹ ਇੱਕ ਸਟ੍ਰੈਟਜੀ ਵੀ ਹੋ ਸਕਦੀ ਹੈ, ਕਿਉਂਕਿ ਅਕਾਲੀ ਦਲ ਤਾਂ ਕਿਸੇ ਹੋਰ ਪਾਸੇ ਨੂੰ ਤੁਰਿਆ ਫਿਰਦਾ ਹੈ। ਇਹਨਾਂ ਦੀ ਸਟ੍ਰੈਟਜੀ ਇਹ ਵੀ ਹੋ ਸਕਦੀ ਹੈ ਕਿ ਆਪੋਜੀਸ਼ਨ ਨੂੰ ਆਪੋਜੀਸ਼ਨ ਨਾ ਰਹਿਣ ਦਿੱਤਾ ਜਾਵੇ, ਰੂਲਿੰਗ ਪਾਰਟੀ ਵੀ ਆਪ ਤੇ ਆਪੋਜੀਸ਼ਨ ਵੀ ਆਪ। ਲੇਕਿਨ ਅੱਜ ਵਾਲਾ ਜਿਹੜਾ ਉਹਦਾ ਇਕੱਠ ਸੀਗਾ, ਅੱਜ ਮੈਂ ਉਚੇਚੇ ਤੌਰ ਤੇ ਗਿਆ ਸੀ ਦੇਖਣ ਵਾਸਤੇ, ਕਿਉਂਕਿ ਜਿਹੜੀਆਂ ਚੀਜ਼ਾਂ ਕਈ ਵਾਰੀ ਅਸੀਂ ਅਖਬਾਰਾਂ 'ਚ ਪੜ੍ਹਦੇ ਹਾਂ ਉਹ ਹੁੰਦੀਆਂ ਨਹੀਂ। ਜਦੋਂ ਤੁਸੀਂ ਆਪ ਜਾ ਕੇ ਦੇਖਦੇ ਹੋ, ਤੁਸੀਂ ਬਾਡੀ ਲੈਂਗੁਏਜ ਦੇਖਦੇ ਹੋ, ਬੰਦੇ ਦਾ ਜੋਸ਼ ਦੇਖਦੇ ਹੋ, ਬੰਦੇ ਦੀ ਹੋਸ਼ ਦੇਖਦੇ ਹੋ, ਉਦੋਂ ਤੁਹਾਨੂੰ ਪਤਾ ਲੱਗਦਾ ਕਿ ਬੰਦਾ ਕਿੱਧਰ ਨੂੰ ਜਾ ਰਿਹਾ। ਫਿਰ ਕੁੱਲ ਮਿਲਾ ਕੇ ਜਿਸ ਢੰਗ ਨਾਲ ਜਿਵੇਂ ਅੱਜ ਰਾਜੇ ਵੜਿੰਗ ਨੇ ਕਿਹਾ ਕਿ ਨਵਜੋਤ ਸਿੱਧੂ ਦੀ ਸਰਕਾਰ ਬਣਾਓ, ਅੱਜ ਉਹ ਵੀ ਕਹਿੰਦਾ ਬਿਲਕੁਲ। ਇਹਨੂੰ ਵੀ ਤੁਸੀਂ ਕੀ ਕਹੋਗੇ? ਇਹੀ ਤਾਂ ਚੀਜ਼, ਇਹਨੂੰ ਤੁਸੀਂ ਕੀ ਕਹੋਗੇ? ਜਦੋਂ ਤੁਹਾਡੇ ਰਾਮਾ ਮੰਡੀ ਇਕੱਠ ਹੋਇਆ ਸੀ, ਉਦੋਂ ਕਹਿੰਦੇ ਸੀ ਚੰਨੀ ਸਾਹਿਬ ਦੀ ਸਰਕਾਰ ਬਣਾਓ। ਇਹਦਾ ਮਤਲਬ ਹੈ ਕਿ ਇੱਕ ਸਟ੍ਰੈਟਜੀ ਹੈ ਕਿ ਜਿਹੜਾ ਲੀਡਰ ਹੈ ਉਸੇ ਦੀ ਸਰਕਾਰ ਬਣਾਓ, ਜਿੱਥੇ ਉਹਨੂੰ ਲੋਕ ਸੁਣਦੇ। ਪਰ ਅੱਜ ਸੋਸ਼ਲ ਮੀਡੀਆ ਦਾ ਯੁੱਗ, ਅੱਜ ਗੱਲ ਤਾਂ ਸਾਰੀ ਨਿਕਲ ਜਾਂਦੀ, ਨਾਲ ਉਹਦੀ ਪਾ ਦਿੰਦੇ ਨੇ। ਹਾਂਜੀ ਜੀ। ਤੇ ਪੰਜਾਬ ਦੇ ਅਫਸਰ, ਅੱਜ ਵੀ ਗੱਲ ਹੋਈ ਵੀ ਸਟੇਜ ਤੋਂ ਵੀ ਗੱਲ ਹੋਈ ਵੀ ਛੁੱਟੀ ਤੇ ਜਾਣਾ ਅਫਸਰਾਂ ਦਾ ਸਿਆਸਤ ਦੇ ਵਿੱਚ ਹਲਚਲ ਪੈਦਾ ਕਰਦਾ ਹੈ। ਨਹੀਂ, ਸਿਆਸਤ 'ਚ ਹਲਚਲ ਪੈਦਾ ਤਾਂ ਹੋਣੀ ਜ਼ਰੂਰੀ ਹੈ, ਕੁਦਰਤੀ ਹੈ ਇਸ ਗੱਲ ਦੀ। ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੀ ਇਹ ਸਰਕਾਰ ਹੈ, ਜਿੱਦਾਂ ਦੀ ਇਹ ਸਰਕਾਰ ਬਣੀ ਹੈ, ਇਸ ਸਰਕਾਰ ਨੇ ਹੋਰ ਕੁਝ ਭਾਵੇਂ ਕੀਤਾ ਨਹੀਂ ਕੀਤਾ, ਲੇਕਿਨ ਬਦਲੀਆਂ ਦੇ ਮਾਮਲੇ ਦੇ ਵਿੱਚ ਕਸਰ ਕੱਢਤੀ। ਅੱਛਾ ਜੀ। ਪਿਛਲੇ ਦਿਨਾਂ ਦੇ ਵਿੱਚ ਸ਼ਾਇਦ ਆਪਾਂ ਗੱਲ ਡਿਸਕਸ ਵੀ ਕੀਤੀ ਸੀ ਕਿ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਦੋ ਵਜ਼ੀਰ ਆਪਸ ਵਿੱਚ ਝਾਟੀ ਹੋ ਗਈ। ਇੱਕ ਵਜ਼ੀਰ ਨੇ ਇੱਥੋਂ ਤੱਕ ਇਲਜ਼ਾਮ ਲਾਤਾ ਸੀ ਕਿ SSPਆਂ ਦੀਆਂ ਤੇ DSP ਦੀਆਂ ਬਦਲੀਆਂ ਦੇ ਵਿੱਚ ਮੋਟਾ ਪੈਸਾ ਲਿਆ ਜਾਂਦਾ ਹੈ। ਅਗਲੇ ਦਿਨ ਜਿਹੜੇ ਸੀ ਆਪਣੇ ਮਜੀਠੀਆ ਸਾਹਿਬ, ਉਹਨਾਂ ਨੇ ਪ੍ਰੈਸ ਕਾਨਫਰੰਸ ਕਰਤੀ, ਕਹਿੰਦੇ ਵੀ ਜਿਹੜੇ ਛੋਟੇ ਜ਼ਿਲ੍ਹੇ ਹੈ ਉੱਥੇ SSP ਲੱਗਣ ਵਾਸਤੇ 2 ਤੋਂ 3 ਕਰੋੜ ਰੁਪਈਆ ਚੱਲਦਾ ਹੈ, ਤੇ ਜਿਹੜੇ ਵੱਡੇ ਜ਼ਿਲ੍ਹੇ ਆ ਉੱਥੇ 5 ਕਰੋੜ ਤੱਕ ਚੱਲਦਾ ਹੈ। ਇਹ ਗੱਲ ਵੀ ਹੋਈ। ਹੁਣ ਆਪਾਂ ਵੱਡੇ ਅਫਸਰਾਂ ਦੇ ਦੇਖੀਏ, ਵੱਡੇ ਅਫਸਰਾਂ ਦੇ ਵਿੱਚ ਜੇ ਦੇਖੀਏ ਤਾਂ DGP ਦੀ ਪੋਸਟ ਬਹੁਤ ਅਹਿਮ ਹੈ, ਪਰ DGP ਦੇ ਨਾਲ ਇੱਕ ਬੜੀ ਅਹਿਮ ਪੋਸਟ ਹੋਰ ਹੈ, ਉਹ ਹੈ ਡਾਇਰੈਕਟਰ ਬਿਊਰੋ ਆਫ ਇਨਵੈਸਟੀਗੇਸ਼ਨ, ਜਿਹਨੂੰ ਪੁਰਾਣੇ ਹਿਸਾਬ ਕਿਤਾਬ ਨਾਲ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਹੈਗਾ ਕ੍ਰਾਈਮ ਬ੍ਰਾਂਚ ਦਾ, ਕ੍ਰਾਈਮ ਡਿਪਾਰਟਮੈਂਟ ਦਾ ਜਿਹੜਾ ਹੈੱਡ ਹੈ ਉਹ ਹੈ। ਇਹ ਪਹਿਲਾਂ ਜਿਹੜੇ ਹੁੰਦੇ ਸੀ ਮਿਸਟਰ ਅਰਪਤ ਸ਼ੁਕਲਾ ਹੁੰਦੇ ਸੀ, ਕੈਪਟਨ ਅਮਰਿੰਦਰ ਸਿੰਘ ਵੇਲੇ। ਸਰਕਾਰ ਬਦਲ ਗਈ, ਸਰਕਾਰ ਨੇ ਬਦਲੀਆਂ ਕਰਤੀਆਂ, ਬਦਲੀਆਂ ਕਰਕੇ ਚੰਨੀ ਸਾਹਿਬ ਨੇ ਅਰਪਤ ਸ਼ੁਕਲਾ ਦੀ ਬਜਾਏ ਵਰਿੰਦਰ ਕੁਮਾਰ ਹੋਰਾਂ ਨੂੰ ਲਾਤਾ। ਵਰਿੰਦਰ ਕੁਮਾਰ ਹੋਰਾਂ ਨੇ ਹਫ਼ਤਾ 10 ਦਿਨ ਹੀ ਲਾਏ ਹੋਣੇ, ਫਿਰ ਅਚਨਚੇਤ ਉਹਨਾਂ ਦੀ ਬਦਲੀ ਵੀ ਕਰਤੀ ਤੇ ਉਹਨਾਂ ਦੀ ਥਾਂ ਤੇ ਲਾਤਾ SK ਅਸਥਾਨਾ। SK ਅਸਥਾਨਾ ਲਾਤਾ, SK ਅਸਥਾਨਾ ਹੋਰੀ ਆ ਗਈ। ਉਹਨੇ ਮੈਂ ਤੁਹਾਡੇ ਥੋੜਾ ਧਿਆਨ ਚ ਲੈ ਕੇ ਆਉਣਾ ਵੀ SK ਅਸਥਾਨਾ ਹੈ ਕੌਣ? SK ਅਸਥਾਨਾ ਸਾਡੇ ਜ਼ਿਲ੍ਹੇ ਦੇ ਵਿੱਚ ਵੀ ਰਹੇ ਹੈ, ASP ਹੁੰਦੇ ਸੀ,
ਮੇਰੇ ਖਿਆਲ SP ਵੀ ਰਹੇ ਹੁਣ, ਉਹ ਤੋਂ ਬਾਅਦ ਇਹ ਬਰਨਾਲੇ ਦੇ SSP ਰਹੇ। ਬਰਨਾਲੇ SSP ਰਹੇ ਜਦੋਂ ਭਦੌੜ ਕੰਮ ਹੋਇਆ ਬੜਾ ਉਦੋਂ। ਹਾਂ ਉੱਥੇ ਵੀ ਲਾਠੀ ਚਾਰਜ ਵਗੈਰਾ ਭਦੌੜ ਵੀ ਹੋਇਆ ਸੀਗਾ। ਤੇ ਜਦੋਂ ਅੱਜ ਥੋੜਾ ਕੀ ਆ ਟਰਾਈਡੈਂਟ ਉਦੋਂ ਵੀ ਚੰਗੀ ਡਾਂਗ ਬਾਈ, ਉਦੋਂ ਵੀ ਚੰਗੀ ਡਾਂਗ ਬਾਈ। ਉਸ ਦਾ ਡਾਂਗ ਚੱਕ ਕੇ ਆਪ ਤੁਰਿਆ ਫਿਰਦਾ ਅਸੀਂ ਦੇਖਿਆ ਸੀਗਾ, ਅਸੀਂ ਗਏ ਹਾਂ ਕਵਰੇਜ ਵਾਸਤੇ। ਔਰ ਫਿਰ ਕਪੂਰਥਲੇ ਵੀ ਲੱਗਿਆ ਰਹੇ। ਫਿਰ ਜਦੋਂ ਇਹ IG ਹੁੰਦਾ ਸੀ SK ਸਥਾਨਾ, ਉਦੋਂ ਇੱਕ PIL ਹੋਈ ਸੀ ਜੀ। ਉਹ PIL ਦੇ ਵਿੱਚ ਕੀ ਕਿਹਾ ਗਿਆ ਸੀ ਕਿ ਇਸ ਬੰਦੇ ਨੇ IG ਨੇ, ਇੱਕ ਪੁਲਿਸ ਦੇ IG ਨੇ 30 ਦੇ ਕਰੀਬ ਜਿਹੜੇ ਹੈਗੇ ਹੈ ਪੁਲਿਸ ਮੁਲਾਜ਼ਮ ਉਹ ਆਪਣੇ ਨਾਲ ਰੱਖੇ ਹੈ ਤੇ ਉਹਨਾਂ ਤੋਂ ਨੌਕਰਾਂ ਵਾਲਾ ਕੰਮ ਲਿਆ ਜਾਂਦਾ ਜੀ। ਉਹ PIL ਦਾ ਨਤੀਜਾ ਇਹ ਹੋਇਆ ਕਿ ਉਹਦੀ ਜਾਂਚ ਦੇ ਆਰਡਰ ਹੋ ਗਏ। ਜਾਂਚ ਉਸ ਵੇਲੇ ਜਿਹੜੇ ਮਿਸਟਰ ਦਿਨਕਰ ਗੁਪਤਾ ਹੁੰਦੇ ਸੀ ADGP, ਉਹਨਾਂ ਨੂੰ ਮਾਰਕ ਹੋ ਗਈ। ਉਹਨਾਂ ਨੇ ਜਾਂਚ ਕੀਤੀ ਤੇ ਉਹਨਾਂ ਨੇ ਪੁਸ਼ਟੀ ਕਰਤੀ ਕਿ ਹਾਂ ਇਹ ਗੱਲ ਠੀਕ ਹੈ। ਸੁਮੈਧ ਸੈਣੀ ਉਦੋਂ SSP ਹੁੰਦੇ ਸੀ, DG ਹੁੰਦੇ ਸੀ। ਅਕਾਲੀਆਂ ਦੀ ਸਰਕਾਰ ਸੀ ਤੇ ਮਿਸਟਰ SK ਸਥਾਨਾ ਨੂੰ ਸਸਪੈਂਡ ਕਰਤਾ ਸੀ ਜੀ। ਜਿੱਦਣ ਵਰਿੰਦਰ ਕੁਮਾਰ ਹੋਰਾਂ ਦੀ ਬਦਲੀ ਹੋਈ ਤੇ ਇਹਨੂੰ ਲਾਇਆ, ਉਸ ਦਿਨ ਹਰ ਇੱਕ ਬੰਦੇ ਦੇ ਦਿਮਾਗ ਦੇ ਵਿੱਚ ਇਹ ਸੀ, ਮੇਰੇ ਵੀ ਇਹ ਦਿਮਾਗ ਸੀ ਕਿ ਸਸਪੈਂਡ ਕੀਤਾ ਸੀ ਸੁਖਬੀਰ ਸਿੰਘ ਬਾਦਲ ਦੇ ਦੌਰ ਦੇ ਵਿੱਚ ਜਦੋਂ ਗ੍ਰਹਿ ਮੰਤਰੀ ਹੁੰਦਾ ਸੀ। ਸੰਭਾਵਨਾ ਇਹ ਵੀ ਹੈ ਕਿਉਂਕਿ ਹੁਣ ਬੇਅਦਬੀ ਵਾਲਾ ਮਾਮਲਾ ਤਾਂ ਕੋਰਟਾਂ ਦੇ ਚੱਕਰ 'ਚ ਫਸਿਆ ਹੋਇਆ। ਦੂਜਾ ਜਿਹੜਾ ਹੈਗਾ ਤੁਹਾਡਾ STF ਦੀ ਰਿਪੋਰਟ ਜਾਂ ਮਿਸਟਰ ਚਟੋਪਾਧਿਆਏ ਦੀ ਰਿਪੋਰਟ, ਉਹ ਹਾਈ ਕੋਰਟ 'ਚ ਹੈ। ਪਰ ਜਿਹੜੀ STF ਦੀ ਰਿਪੋਰਟ ਹੈ, ਉਸ ਰਿਪੋਰਟ ਦੀ ਇੱਕ ਕਾਪੀ ਪੰਜਾਬ ਸਰਕਾਰ ਨੂੰ ਵੀ ਹਾਈ ਕੋਰਟ ਨੇ ਭੇਜਤੀ ਸੀ। ਹਾਈ ਕੋਰਟ ਨੇ ਪਿਛਲੇ ਦਿਨਾਂ ਦੇ ਵਿੱਚ ਜਦੋਂ ਦੁਬਾਰਾ ਸੁਣਵਾਈ ਸ਼ੁਰੂ ਹੋਈ ਤੇ ਮਿਸਟਰ ਦਿਓਲ ਉਦੋਂ ਐਡਵੋਕੇਟ ਜਨਰਲ ਸੀ, ਉਦੋਂ ਇਹ ਗੱਲ ਆਈ ਕਿ ਹਾਈ ਕੋਰਟ ਨੇ ਤਾਂ ਕੋਈ ਬੰਦਿਸ਼ ਨਹੀਂ ਲਾਈ, ਤੁਸੀਂ ਇਨਕੁਆਇਰੀ ਕਰ ਸਕਦੇ ਹੋ। ਤੇ ਦਿਓਲ ਸਾਹਿਬ ਨੇ ਕਹਿਤਾ ਸੀ ਕਿ ਜਿਹੜੀ ਹੈਗੀ ਹੈ ਸ਼ਿਸ਼ਟਾਚਾਰ ਇਹ ਹੈ ਕਿ ਜਦੋਂ ਮਾਮਲਾ ਹਾਈ ਕੋਰਟ 'ਚ ਹੋਵੇ ਉਦੋਂ ਸਰਕਾਰ ਆਪਣੇ ਪੱਧਰ ਦੇ ਉੱਤੇ ਗੱਲ ਕਰਦੀ ਚੰਗੀ ਨਹੀਂ ਲੱਗਦੀ, ਭਾਵੇਂ ਰੋਕ ਨਹੀਂ ਲੱਗੀ। ਅਸੀਂ ਹਾਈ ਕੋਰਟ ਦਾ ਆਰਡਰ ਵੇਟ ਕਰਦੇ ਹਾਂ, ਤੁਸੀਂ ਹਾਈ ਕੋਰਟ ਦਾ ਆਰਡਰ ਦਿਓ, ਜਲਦੀ ਦਿਓ। ਚਲੋ ਦਿਓਲ ਸਾਹਿਬ ਦਾ ਰਿਜ਼ਾਈਨ ਹੋ ਗਿਆ, ਪਟਵਾਲੀਆ ਸਾਹਿਬ ਆ ਗਏ। ਹੁਣ ਫਿਰ ਹਾਈ ਕੋਰਟ ਨੇ ਕੁਛ ਦਿਨ ਪਹਿਲਾਂ ਕਹਿਤਾ ਵੀ ਭਾਈ ਤੁਸੀਂ ਕਾਰਵਾਈ ਕਿਉਂ ਨਹੀਂ ਕੀਤੀ, ਕੀ ਸਰਕਾਰ ਸੁੱਤੀ ਪਈ ਸੀ? ਜਦੋਂ ਐਡੇ ਸਖਤ ਰਿਮਾਰਕਸ ਕੀਤੇ ਤਾਂ ਇਹ ਵੀ ਗੱਲ ਹੋਣ ਲੱਗ ਗਈ ਜੀ ਹੁਣ ਤਾਂ ਕੁਛ ਹੋਊਗਾ, ਹੁਣ ਤਾਂ ਕੁਛ ਹੋਊਗਾ। ਤੇ ਅਚਨਚੇਤ ਜਦੋਂ ਵਰਿੰਦਰ ਕੁਮਾਰ ਜੀ ਬਦਲਤੇ ਤੇ ਅਸਥਾਨਾ ਜੀ ਆ ਗਏ ਤੇ ਫਿਰ ਹੋ ਗਿਆ ਭਾਈ ਹੁਣ ਤਾਂ ਤਿਆਰੀ ਆ ਉਦੋਂ ਗ੍ਰਿਫਤਾਰੀਆਂ ਵੀ ਦੇਣ ਲੱਗ ਪਏ। ਗ੍ਰਿਫਤਾਰੀਆਂ ਸੁਖਬੀਰ ਸਿੰਘ ਬਾਦਲ ਨੇ ਕਹਿਣਾ ਸ਼ੁਰੂ ਕਰਤਾ ਸੀ ਆਹ ਗੱਲ ਹੋ ਗਈ ਜੀ। ਇਹ ਤਾਂ ਕਹਿੰਦੇ ਸੀ ਹਵਾਈ ਅੱਡੇ ਦੇ ਲੌਜ ਦੇ ਵਿੱਚ ਇੱਕ ਮੀਟਿੰਗ ਹੋਈ ਹੈ ਜਿਹਦੇ ਵਿੱਚ ਨਵਜੋਤ ਸਿੱਧੂ ਸੀ, ਚੰਨੀ ਸਾਹਿਬ ਸੀ, ਸੁਖਜਿੰਦਰ ਸਿੰਘ ਰੰਧਾਵਾ ਸੀ, ਵੱਡੇ ਅਫਸਰ ਸੀਗੇ। ਤੇ ਕਹਿੰਦੇ ਇੱਕ ਪੁਲਿਸ ਅਫਸਰ ਨੇ ਦੱਸਿਆ ਨਵਜੋਤ ਸਿੰਘ ਸਿੱਧੂ ਨੇ ਚੁਣੌਤੀ ਦਿੱਤੀ ਸੀ ਕਿ ਮੈਨੂੰ ਸਾਬਤ ਕਰੋ ਮੈਂ ਉੱਥੇ ਲੌਜ ਛੋਵਾਂ, ਫਿਰ ਤਾਂ ਗੱਲ ਕਰੋ ਮੈਂ ਸਿਆਸਤ ਛੱਡ ਦੂੰਗਾ। ਪਰ ਉਹ ਚੁਣੌਤੀ ਉਹਦੀ ਕਿਸੇ ਨੇ ਪ੍ਰਵਾਹ ਨਹੀਂ ਕੀਤੀ। ਖੈਰ ਮੈਨੂੰ ਵੀ ਇਹ ਸ਼ੱਕ ਸੀ। ਹੁਣ 11 ਤਾਰੀਖ ਨੂੰ ਮਾਰਨਿੰਗ ਇੱਕ ਮੀਟਿੰਗ ਬੁਲਾਈ ਚੀਫ ਮਿਨਿਸਟਰ ਨੇ ਜੀ। ਉਸ ਮੀਟਿੰਗ ਤੋਂ ਪਹਿਲਾਂ ਇੱਕ ਚਿੱਠੀ ਅਸਥਾਨਾ ਸਾਹਿਬ ਦੀ ਪਹੁੰਚਦੀ ਹੈ DGP ਦਫ਼ਤਰ। ਅਸਥਾਨਾ ਸਾਹਿਬ ਕਹਿੰਦੇ ਕਿ ਮੈਨੂੰ ਇੱਕਦਮ ਜਿਹੜਾ ਹੈਗਾ ਮੇਰੀ ਤਬੀਅਤ ਖਰਾਬ ਹੋ ਗਈ ਤੇ ਡਾਕਟਰਾਂ ਨੇ ਸੁਜੈਸਟ ਕੀਤਾ ਕਿ 48 ਘੰਟੇ ਮੁਕੰਮਲ ਰੈਸਟ ਕੀਤੀ ਜਾਵੇ ਜੀ। ਇਸ ਸਥਿਤੀ ਦੇ ਵਿੱਚ ਮੈਂ ਮੁੱਖ ਮੰਤਰੀ ਸਾਹਿਬ ਵਾਲੀ ਮੀਟਿੰਗ ਵਿੱਚ ਸ਼ਾਮਲ ਨਹੀਂ ਹੋ ਸਕਦਾ, ਸੂਚਿਤ ਕਰ ਦਿੱਤਾ ਜਾਵੇ ਮੁੱਖ ਮੰਤਰੀ ਨੂੰ ਕਿ ਜੀ ਮੈਂ ਨਹੀਂ ਆ ਸਕਦਾ, ਜਿਹੜੇ ਬਿਮਾਰ ਹੈ ਉਹ ਆ ਨਹੀਂ ਸਕਦੀ। ਇਹ ਖਬਰ ਨਸ਼ਰ ਹੋਈ ਤੇ ਨਾਲ ਦੀ ਨਾਲ ਪਟਾਕੇ ਪੈ ਗਏ। ਫਿਰ ਇਹ ਗੱਲ ਹੋਣੀ ਸ਼ੁਰੂ ਹੋ ਗਈ ਕਿ ਇਹ ਸਿਆਸੀ ਬਿਮਾਰੀ ਤਾਂ ਨਹੀਂ ਕਿਤੇ। ਸਿਆਸੀ ਬਿਮਾਰੀ ਜੇ ਦਾਨੇਵਾਲੀਆ ਸਾਹਿਬ ਦੇਖੀਏ ਤੇ ਇਹ ਵੀ ਬਣਦੀ ਹੈ। ਉਹ ਇਸ ਕਰਕੇ ਬਣਦੀ ਹੈ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣੇ ਸੀ ਉਦੋਂ ਉਹਨਾਂ ਨੇ ਬਾਦਲਾਂ ਦੇ ਖਿਲਾਫ ਇੱਕ ਕੇਸ ਰਜਿਸਟਰ ਕੀਤਾ ਸੀ ਜੀ। ਤੇ ਜਦੋਂ ਬਾਦਲਾਂ ਦੀ ਸਰਕਾਰ ਆਈ ਜਿਹੜੇ ਕੇਸ ਰਜਿਸਟਰ ਕਰਨ ਵਾਲੇ ਅਫਸਰ ਸੀ, ਜਿਹੜੇ ਗਵਾਹ ਸੀ, ਜਿਨ੍ਹਾਂ ਨੇ ਉਹਨਾਂ ਦੀਆਂ ਜਾਇਦਾਦਾਂ ਮਿਲੀਆਂ ਸੀ, ਫੀਤੇ ਰੱਖੇ ਸੀ ਉਹਨਾਂ ਦੇ ਘਰਾਂ ਦੇ ਵਿੱਚ ਜੀ, ਉਸ ਕੱਲੇ ਕਰਕੇ ਸਾਰੇ ਗਵਾਹੀਆਂ ਮੁੱਕਰ ਗਏ ਸੀ। ਮੁੱਕਰ ਗਏ ਬਿਲਕੁਲ, ਠੀਕ ਹੈ ਨਾ। ਉਹਦੇ ਵਿੱਚ ਉਹ ਕਿਹੜਾ ਸੀ, ਬਿਰਕ ਸੀਗਾ, ਮਿਸਟਰ ਬਿਰਕ, ਸੁਰਿੰਦਰਪਾਲ ਬਿਰਕ, ਉਹ ਵੀ ਮੁੱਕਰ ਗਿਆ ਸੀ। ਤੇ ਇਹਦੇ ਤੇ ਤੁਹਾਡੇ ਕੀ ਹੈ ਮਿਸਟਰ ਚਟੋ ਦਾ ਵੀ ਨਾਮ ਆਉਂਦਾ ਸੀ ਕਿ ਚਟੋਪਾਧਿਆਏ ਦੀ ਵੀ ਜਿਹੜੀ ਹੈ ਕਾਰਗੁਜ਼ਾਰੀ ਥੋੜੀ ਸ਼ੱਕੀ ਸੀ ਜੀ। ਸਾਰੇ ਅਮਰੀਕਾ ਹੀ ਭੇਜਿਆ ਸੀ ਹਾਂ ਲੱਭਣ। ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਅਗਲਾ ਆ ਗਿਆ ਦੌਰ ਸੁਖਬੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਦਾ। ਅਮਰਿੰਦਰ ਸਿੰਘ ਦੇ ਉੱਤੇ ਕੇਸ ਰਜਿਸਟਰ ਹੋਇਆ। ਮਿਸਟਰ ਸਰਬਦੀਪ ਸਿੰਘ ਬਿਰਕ DGP ਉਹਨਾਂ ਦੇ ਉਹਨਾਂ ਨੂੰ ਚੱਕ ਕੇ ਲਿਆਂਦਾ। ਤੇ ਫਿਰ ਜਿਹੜੀ ਸੁਮੈਧ ਸਿੰਘ ਸੈਣੀ ਨੂੰ ਰਿਲੀਫ ਮਿਲੀ ਹੈ ਹਾਈ ਕੋਰਟ ਚੋਂ ਕਿ ਜਿੰਨੀ ਦੇਰ ਤੱਕ ਇਹ ਅਸੈਂਬਲੀ ਦੀ ਮਿਆਦ ਪੂਰੀ ਨਹੀਂ ਹੁੰਦੀ, ਅਗਲੀ ਸਰਕਾਰ ਨਹੀਂ ਬਣਦੀ, ਉਨੀ ਦੇਰ ਤੱਕ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਨਾ ਕੀਤੀ ਜਾਵੇ। ਉਹ ਵੀ ਤਾਂ ਉਸੇ ਗੱਲ ਚੋਂ ਨਿਕਲਦੀ ਹੈ ਨਾ। ਉਹਨੇ ਇਹੀ ਕਿਹਾ ਕਿ ਮੇਰੇ ਨਾਲ ਰਾਜਸੀ ਬਦਲਾਖੋਰੀ ਦੀ ਬਦੌਲਤ ਹੋ ਰਿਹਾ। ਮੈਂ ਕੈਪਟਨ ਦੇ ਖਿਲਾਫ ਕੇਸ ਰਜਿਸਟਰ ਕੀਤਾ ਸੀ, ਮੈਂ ਭਰਤਿੰਦਰ ਸਿੰਘ ਚਹਿਲ ਦੇ ਖਿਲਾਫ ਕੇਸ ਰਜਿਸਟਰ ਕੀਤਾ ਸੀ। ਇਹਨਾਂ ਗੱਲਾਂ ਕਰਕੇ ਉਹ ਹੁਣ ਇਹ ਜਿਹੜੀਆਂ ਗੱਲਾਂ ਸੀ, ਲੱਗਦਾ ਤਾਂ ਸਾਰਿਆਂ ਨੂੰ ਇਹੀ ਹੈ ਵੀ ਅਫਸਰ ਕੋਈ ਪੰਗਾ ਲੈਣ ਨੂੰ ਤਿਆਰ ਨਹੀਂ, ਕਿਉਂਕਿ ਸਰਕਾਰ ਤਾਂ ਆਖਰੀ ਸਾਹਾਂ ਤੇ ਬਿਲਕੁਲ ਜਿੱਦੇ ਕੋਡ ਲੱਗ ਗਏ ਉਹਦੇ ਸਰਕਾਰ ਕੰਮ ਚਲਾਊ ਰਹਿ ਜੂਗੀ। ਅਗਲੇ ਕਹਿੰਦੇ ਵੀ ਹੁਣ ਪੰਗਾ ਲੈ ਲਿਆ ਤੇ ਗੱਲ ਨੂੰ ਖੁਦਾ ਨਾ ਖਾਸਤਾ ਜੇ ਸੁਖਬੀਰ ਸਿੰਘ ਬਾਦਲ ਵਰਗੇ ਆ ਗਏ ਤਾਂ ਫਿਰ ਸਾਡਾ ਜੋਨਾਂ ਤੋਂ ਭਰ ਹੋ ਜੂਗਾ।
ਕਿੱਥੇ ਤਾਂ ਉਹਨਾਂ ਨੇ ਮਲਾਈਦਾਰ ਪੋਸਟਾਂ ਲੈਣੀਆਂ ਜੀ ਤੇ ਕਿੱਥੇ ਮਤਲਬ ਜਿਹੜਾ ਹੈਗਾ ਚੱਕ ਕੇ ਉਹਨਾਂ ਨੂੰ ਖੁੱਡੇ ਲਾ ਦੇਣਾ, ਉਹਨਾਂ ਦੀਆਂ ਇਨਕੁਆਰੀਆਂ ਸ਼ੁਰੂ ਕਰਨੀਆਂ, ਕਦੇ ਆਹ ਕਰੋ ਕਦੇ ਆਹ ਕਰੋ। ਤੁਹਾਡੇ ਜ਼ਿਆਦਾ ਪਰਮਰਾਜ ਸਿੰਘ ਬਰਾਨਗਲ ਜੀ ਨੂੰ ਬਲਿਊ ਬੋਏ ਕਹਿੰਦੇ ਆਪਾਂ, ਹਾਂ, ਉਹ ਹੈਲੀਕਾਪਟਰ ਜੀ ਸਸਪੈਂਡ ਕਰਤਾ ਸੀਗਾ, ਠੀਕ ਹੈ ਨਾ। ਕਸੂਰ ਕੀ ਸੀਗਾ? ਕਸੂਰ ਇਹ ਸੀਗਾ ਕਿ ਜਿਹੜਾ ਥਾਣੇਦਾਰ ਮਾਰਿਆ ਸੀ, ਥਾਣੇਦਾਰ ਨੇ ਉਹ ਕੁੜੀ ਦਾ ਬਾਪ ਮਾਰਿਆ ਸੀ, ਥਾਣੇਦਾਰ ਮਾਰਿਆ ਸੀ ਬਾਪ, ਹਾਂ, ਇੱਕ ਅਕਾਲੀ ਕਾਰਕੁਨ ਨੇ ਜੀ। ਉਹਦੀਆਂ ਜਿਹੜੀਆਂ ਲੱਤਾਂ ਬਾਹਾਂ ਟੁੱਟ ਗਈਆਂ ਸੀ, ਉਹਦੀ ਗ੍ਰਿਫਤਾਰੀ ਹੋ ਗਈ ਸੀ, ਉਹਦਾ ਨਜ਼ਲਾ ਸਾਰਾ ਉਹ ਉਮਰਾ ਨਗਲ ਤੇ ਚੱਲ ਗਿਆ ਸੀ। ਇਹ ਸਿਆਸਤਦਾਨ ਕਦੇ ਕੁਛ ਵੀ ਕਰ ਸਕਦੇ ਹੈ। ਸੋ ਇਸ ਕਰਕੇ ਜਿਹੜਾ ਅੱਜ ਹੁਣ ਰੌਲਾ ਪਿਆ ਹੋਇਆ ਵੀ ਇਹ ਸਿਆਸੀ ਬਿਮਾਰੀ ਹੈ ਜਾਂ ਇਹ ਬਿਮਾਰੀ ਸੱਚਮੁੱਚ ਹੀ ਠੀਕ ਬਿਮਾਰੀ ਹੈ ਜੀ। ਚਲੋ, ਤੇ ਇੱਕ ਬਿਆਨ ਆਉਂਦਾ ਜੀ, ਕਹਿੰਦਾ ਭਾਰਤ ਹਿੰਦੂਵਾਦੀਆਂ ਦਾ ਨਹੀਂ, ਹਿੰਦੂਆਂ ਦਾ ਦੇਸ਼ ਹੈ। ਇਹ ਰਾਹੁਲ ਗਾਂਧੀ ਦਾ ਬਿਆਨ ਹੈ। ਰਾਹੁਲ ਗਾਂਧੀ ਬਾਰੇ ਇਹ ਕਿਹਾ ਜਾਂਦਾ ਕਿ ਰਾਹੁਲ ਗਾਂਧੀ ਜਿਹੜਾ ਹੈਗਾ ਇੱਕ ਅਜਿਹਾ ਬੰਦਾ ਹੈ ਜਿਹੜਾ RSS ਦੇ ਖਿਲਾਫ ਬੋਲਦਾ ਹੈ ਜੀ। ਕਾਂਗਰਸ ਪਾਰਟੀ 'ਚ, ਵੈਸੇ ਕਾਂਗਰਸ ਪਾਰਟੀ 'ਚ ਬਹੁਤ ਸਾਰੇ ਲੋਕ ਬੋਲਦੇ। ਪਿਛਲੇ ਦਿਨਾਂ ਦੇ ਵਿੱਚ ਰਾਹੁਲ ਗਾਂਧੀ ਨੇ ਵੀ ਕਹਿਤਾ ਸੀਗਾ ਕਿ ਜਿਨ੍ਹਾਂ ਨੇ RSS ਦੇ ਨਾਲ ਆਪਦਾ ਭਾਈ ਸੰਬੰਧ ਜੋੜਨਾ ਹੈ, ਡਰਦੇ ਉਹ ਚਲੇ ਜਾਣ, ਭਾਵੇਂ ਕਾਂਗਰਸ ਪਾਰਟੀ ਛੱਡ ਦੇਣ ਜੀ। ਰਾਹੁਲ ਗਾਂਧੀ ਇਸ ਵੇਲੇ ਕੋਸ਼ਿਸ਼ ਕਰ ਰਿਹਾ ਕਿ ਮੈਂ ਹਿੰਦੂਤਵ ਦਾ ਮੁਖਾਲਫਤ ਕਰਦਾ, ਔਰ ਉਹਨੇ ਜਿਹੜੀ ਹੈ ਵਿਆਖਿਆ ਵੀ ਕੀਤੀ ਹੈ ਹਿੰਦੂਤਵ ਦੀ। ਉਹ ਕਹਿੰਦਾ ਵੀ ਮਹਾਤਮਾ ਗਾਂਧੀ ਹਿੰਦੂ ਸੀ ਲੇਕਿਨ ਗੌਡਸੇ ਹਿੰਦੂਵਾਦੀ ਸੀ ਜੀ, ਹਿੰਦੂਤਵੀ ਸੀ, ਔਰ ਉਹਨੇ ਮਾਰਤਾ। ਹਿੰਦੂ ਹੋਣਾ ਕੋਈ ਮਾੜੀ ਗੱਲ ਨਹੀਂ, ਹਿੰਦੂ ਸ਼ਾਂਤੀ ਵਾਲੀ ਗੱਲ ਹੈ। ਹਿੰਦੂ ਇੱਕ, ਜੇ ਆਪਾਂ ਦੇਖੀਏ, ਹਿੰਦੂ ਹੈ ਨਾ ਜਿਹੜਾ, ਇਹਨੂੰ ਆਪਾਂ ਧਰਮ ਨਹੀਂ ਕਹਿ ਸਕਦੇ, ਧਰਮ ਹੈ ਸਨਾਤਨ। ਹਿੰਦੂ ਜਿਹੜਾ ਹੈਗਾ ਇਹ ਵੇ ਆਫ ਲਾਈਫ ਹੈ ਜੀ। ਪਰ ਜਿਹੜਾ ਹਿੰਦੂਤਵਵਾਦੀ ਹੋਣਾ ਹੈ, ਉਹ ਹਿੰਦੂਤਵਵਾਦੀ ਦਾ ਭਾਵ ਇਹ ਹੈ ਕਿ ਬੰਦਾ ਕੱਟੜਪੰਥੀ। ਜਦੋਂ ਕੱਟੜਪੰਥੀ ਕੋਈ ਵੀ ਹੋਵੇ, ਹਿੰਦੂ ਹੋ ਜੇ, ਸਿੱਖ ਹੋ ਜੇ, ਮੁਸਲਮਾਨ ਹੋ ਜੇ, ਈਸਾਈ ਹੋ ਜੇ ਜੀ, ਕੱਟੜਪੰਥੀ ਜਿਹੜੀ ਹੈਗੀ ਹੈ ਫਿਰ ਦੂਜੇ ਫਿਰਕੇ ਦੇ ਲੋਕਾਂ ਨੂੰ ਬਰਦਾਸ਼ਤ ਨਹੀਂ ਕਰਦੀ। ਇਹ ਜਿਹੜਾ ਉਹਨਾਂ ਨੇ ਭਾਸ਼ਣ ਦਿੱਤਾ ਹੈ ਕੱਲ, ਉੱਥੇ ਦਿੱਤਾ ਹੈ ਰਾਜਸਥਾਨ 'ਚ ਜੀ। ਰਾਜਸਥਾਨ ਦੇ ਵਿੱਚ ਇਹਦੇ ਨਾਲ ਰਾਹੁਲ ਗਾਂਧੀ ਨੇ ਜਿਹੜੀ 2022 ਦੀਆਂ ਚੋਣਾਂ ਆ ਰਹੀਆਂ 5 ਰਾਜਾਂ ਦੀਆਂ, ਉਹਨੂੰ ਪ੍ਰਭਾਵਿਤ ਕਰਨ ਵਾਸਤੇ ਤੇ 2024 ਦੇ ਲਈ ਉਹ ਇੱਕ ਮਤਲਬ ਰੋਡ ਮੈਪ ਤਿਆਰ ਕਰ ਰਹੇ ਜੀ ਕਿ ਇਹ ਸੜਕ ਦੇ ਉੱਤੇ ਆਪਾਂ ਜਾਇਆ ਜਾਵੇ ਤੇ ਇਹ ਸੜਕ ਦੇ ਉੱਤੇ ਉਹਦੀ ਮੁਖਾਲਫਤ ਕੀਤੀ ਜਾਵੇ, ਇਹਨਾਂ ਦੀ ਵਿਚਾਰਧਾਰਾ ਦੀ, ਜਿਹੜੀ RSS ਵਿਚਾਰਧਾਰਾ ਦੀ ਜੀ। ਆਪਦੇ ਆਪ ਨੂੰ ਹਿੰਦੂ ਕਹਿੰਦਾ, ਲੇਕਿਨ ਜੇ ਆਪਾਂ ਦੇਖੀਏ ਉਹਦਾ ਫਾਦਰ ਜਿਹੜਾ ਹੈਗਾ ਉਹ ਤਾਂ ਰਾਜੀਵ ਗਾਂਧੀ ਜੀ ਜੀ। ਜੇ ਉਹਦਾ ਫਾਦਰ ਦੇਖੀਏ ਆਪਾਂ, ਇਹਦਾ ਦਾਦਾ ਕੌਣ ਸੀ? ਇਹਦਾ ਦਾਦਾ ਤਾਂ ਜਿਹੜਾ ਆਪਣਾ ਇੰਦਰਾ ਗਾਂਧੀ ਦਾ ਹਸਬੈਂਡ ਸੀ, ਉਹ ਪਾਰਸੀ ਸੀ, ਬਿਲਕੁਲ ਪਾਰਸੀ ਸੀ। ਹੁਣ ਇਹ ਹਿੰਦੂ ਕਿਵੇਂ ਬਣ ਗਿਆ? ਲੇਕਿਨ ਕਈ ਵਾਰੀ ਧਰਮ ਵੀ ਬੰਦਾ ਅਡਾਪਟ ਕਰ ਲੈਂਦਾ। ਗੁਜਰਾਤ ਦੀਆਂ ਚੋਣਾਂ ਵੇਲੇ ਆਪਾਂ ਦੇਖਿਆ ਮਿਸਟਰ ਰਾਹੁਲ ਗਾਂਧੀ ਨੂੰ, ਇਹਨੇ ਜਨੇਊ ਵੀ ਪਾ ਲਿਆ ਸੀ ਜੀ ਜੀ। ਇਹ ਮੰਦਰਾਂ ਦੇ ਵਿੱਚ ਵੀ ਜਾ ਕੇ ਟੱਲੀਆਂ ਖੜਕਾਉਂਦਾ ਹੁੰਦਾ ਸੀ ਕਿ ਲੋ ਜੀ ਮੈਂ ਹਿੰਦੂ, ਮੈਂ ਉਸ ਵੇਲੇ ਵੀ ਆਪਾਂ ਇਹ ਗੱਲ ਕਹਿੰਦੇ ਸੀ ਜੀ ਕਿ ਤੁਸੀਂ ਜਿਸ ਵਿਚਾਰਧਾਰਾ ਦੇ ਖਿਲਾਫ ਹੋ, ਉਸ ਵਿਚਾਰਧਾਰਾ ਦਾ ਨਰਮ ਰੁਖ ਅਖਤਿਆਰ ਕਰਕੇ ਤੁਸੀਂ ਉਹਦਾ ਮੁਕਾਬਲਾ ਨਹੀਂ ਕਰ ਸਕਦੇ ਜੀ। ਜਿਹੜਾ ਇੱਕ ਲਿਬਰਲ ਹਿੰਦੂ ਹੈ, ਲਿਬਰਲ ਹਿੰਦੂ ਜਿਹੜਾ ਹਿੰਦੂ ਨੁਕਤਾ ਨਿਗਾਹ ਤੋਂ ਜੇ ਉਹਨੇ ਮੁਕਾਬਲਾ ਕਰਨਾ ਹੋਵੇ ਨਰਿੰਦਰ ਮੋਦੀ ਦਾ ਜਾਂ ਅਮਿਤ ਸ਼ਾਹ ਦਾ, ਉਹ ਨਹੀਂ ਕਰ ਸਕਦਾ ਕਿਉਂਕਿ ਉਹ ਕੱਟੜ ਹਿੰਦੂ ਹੈ। ਲਿਬਰਲ ਹਿੰਦੂ ਹੋਣ ਦੀ ਬਜਾਏ ਤੁਹਾਨੂੰ ਸੈਕੂਲਰ ਹੋਣਾ ਚਾਹੀਦਾ। ਜੇ ਤਾਂ ਉਹ ਸੈਕੂਲਰਿਜ਼ਮ ਦੀ ਗੱਲ ਕਰੇ ਜੀ ਫਿਰ ਤਾਂ ਸਮਝ ਪੈਂਦੀ ਹੈ, ਪਰ ਉਹ ਸੈਕੂਲਰਿਜ਼ਮ ਦੀ ਗੱਲ ਕਰਦਾ ਨਹੀਂ। ਕਿਉਂ ਨਹੀਂ ਕਰਦਾ? ਕਿਉਂਕਿ ਜੇ ਸੈਕੂਲਰਿਜ਼ਮ ਦੀ ਗੱਲ ਕੀਤੀ ਤੇ ਫਿਰ ਇਹ ਕਹਿ ਜਾਊਗਾ ਮੁਸਲਿਮ ਪ੍ਰਸਤੀ ਹੈ ਜੀ ਜੀ। ਫਿਰ ਇਹ ਕਿਹਾ ਜਾਊਗਾ ਸਿੱਖਾਂ ਨੂੰ ਤਾਂ ਚਲੋ ਆਪਦਾ ਹਿੱਸਾ ਮੰਨਦੇ ਆ, ਫਿਰ ਉਹ ਪਾਰਸੀ ਵਾਲੀ ਗੱਲ ਵੀ ਆ ਜਾਣੀ, ਤੇ ਫਿਰ ਉਹ ਜਿਹੜੀ ਹੈਗੀ ਤੁਹਾਡੀ ਈਸਾਈਆਂ ਵਾਲੀ ਵੀ ਆ ਜਾਣੀ। ਇਸ ਕਰਕੇ ਭਾਵੇਂ ਆਪਣੇ ਆਪ ਨੂੰ RSS ਦਾ ਵਿਰੋਧੀ ਕਹਾਉਂਦਾ ਹੈ, ਲੇਕਿਨ ਜਿਹੜੇ ਢੰਗ ਦੇ ਨਾਲ ਮੁਕਾਬਲਾ ਕਰਦਾ ਉਹ ਮੁਕਾਬਲਾ ਠੀਕ ਨਹੀਂ। ਕਿ ਹਿੰਦੂਤਵ ਜਿਹੜਾ ਹੈਗਾ ਉਹ ਗਲਤ ਹੈ ਤੇ ਹਿੰਦੂ ਠੀਕ ਹੈ ਜੀ। ਵੈਸੇ ਤਾਂ ਗੱਲ ਹੈ ਕਿ ਜਿਹੜਾ ਧਰਮ ਹੈ ਇਹ ਤੁਹਾਡਾ ਪ੍ਰਾਈਵੇਟ ਫੰਕਸ਼ਨ ਹੈ। ਕੋਈ ਬੰਦਾ ਰਾਮ ਰਾਮ ਕਰੇ, ਕੋਈ ਵਾਹਿਗੁਰੂ ਕਹੇ, ਕੋਈ ਅੱਲਾ ਕਹੇ, ਕੋਈ ਕੁਛ ਕਹੇ, ਇਹ ਤੁਹਾਡੀ ਇੱਕ ਪ੍ਰਾਈਵੇਟ, ਜਿਹੜਾ ਰਾਜ ਨਾਲ ਜੋੜਿਆ ਨਹੀਂ ਜਾ ਸਕਦਾ ਧਰਮ। ਜਿਹੜੇ ਵੱਡੇ ਲੀਡਰ ਹੈ, ਜੇ ਵੱਡੇ ਲੀਡਰ ਕਹਿਣ ਮੈਂ ਇੱਥੇ ਤੁਹਾਨੂੰ ਸ਼ਾਇਦ ਪਹਿਲਾਂ ਵੀ ਇੱਕ ਵਾਰੀ ਮਿਸਾਲ ਦਿੱਤੀ ਹੈ ਕਿ ਇੱਕ ਵਾਰੀ ਪੰਡਿਤ ਨਹਿਰੂ ਦੇ ਖਿਲਾਫ ਹਿੰਦੂ ਮਹਾਸਭਾ ਨੇ ਜਦੋਂ ਇੰਦਰਾ ਗਾਂਧੀ ਨੇ ਵਿਆਹ ਕਰਾਇਆ ਫਿਰੋਜ਼ ਗਾਂਧੀ ਨਾਲ, ਉਦੋਂ ਕੀਤਾ ਸੀ। ਉਦੋਂ ਮਤਲਬ ਉਹਨਾਂ ਨੇ ਇੱਕ ਸਾਧ ਨੂੰ ਖੜਾ ਕਰਤਾ ਤੇ ਉਹਨੇ ਇੱਕ ਸਾਧ ਨੇ ਕਿਹਾ ਵੀ ਮੈਂ ਇਸ ਕਰਕੇ ਖੜਾ ਹੁੰਨਾ ਵੀ ਇਹਨੇ ਆਪਦੀ ਧੀ ਹੈ ਜਿਹੜੀ ਉਹ ਹਿੰਦੂ ਘਰਾਣੇ ਤੋਂ ਬਾਹਰ ਵਿਆਹਤੀ, ਇਹਨੇ ਇੱਕ ਪਾਰਸੀ ਨੂੰ ਵਿਆਹਤੀ। ਪੰਡਿਤ ਨਹਿਰੂ ਗਿਆ ਨੋਮੀਨੇਸ਼ਨ ਪੇਪਰ ਫਾਈਲ ਕਰਨ ਵਾਸਤੇ, ਉਹਨੂੰ ਕੁਐਸਚਨ ਕੀਤਾ ਪੱਤਰਕਾਰਾਂ ਨੇ ਵੀ ਤੁਸੀਂ ਕੀ? ਉਹ ਕਹਿੰਦਾ ਵੀ ਇਹ ਮੇਰੇ ਸੈਕੂਲਰਿਜ਼ਮ ਦਾ ਇਮਤਿਹਾਨ ਹੈ ਜੀ। ਆ ਲਓ ਮੈਂ ਨੋਮੀਨੇਸ਼ਨ ਪੇਪਰ ਫਾਈਲ ਕਰਤੇ ਤੇ ਮੈਂ ਅੱਜ ਤੋਂ ਬਾਅਦ ਇੱਥੇ ਕੰਪੇਨ ਤੇ ਨਹੀਂ ਆਉਂਦਾ। ਜੇ ਤਾਂ ਲੋਕਾਂ ਨੇ ਸੈਕੂਲਰ ਨਹਿਰੂ ਨੂੰ ਵੋਟਾਂ ਪਾਉਣੀਆਂ ਤਾਂ ਮੈਨੂੰ ਪਾ ਦੇਣਗੇ, ਤੇ ਜੇ ਉਹਨਾਂ ਨੇ ਸੈਕੂਲਰ ਨਹਿਰੂ ਦੇ ਖਿਲਾਫ ਵੋਟਾਂ ਪਾਉਣੀਆਂ, ਮੇਰੇ ਸੈਕੂਲਰਿਜ਼ਮ ਦੇ ਖਿਲਾਫ ਪਾਉਣੀਆਂ ਤਾਂ ਮੈਨੂੰ ਪ੍ਰਵਾਹ ਨਹੀਂ ਹੋਊਗਾ। ਪਰ ਉਹ ਸਾਧ ਦੀ ਜ਼ਮਾਨਤ ਜ਼ਬਤ ਹੋ ਗਈ ਸੀ ਔਰ ਸੈਕੂਲਰ ਨਹਿਰੂ ਜਿਹੜਾ ਜਿੱਤ ਗਿਆ ਸੀ। ਇਹ ਕਾਂਗਰਸ ਪਾਰਟੀ ਦੀ ਬਦਕਿਸਮਤੀ ਹੈ ਕਿ ਜਿਹੜਾ
ਪ੍ਰਵਾਨਤ ਸਟੈਂਡ ਹੈ ਨਹਿਰੂ ਵੇਲੇ ਦਾ। ਉਹ ਜਿਹੜੀ ਨਹਿਰੂ ਪਾਲਿਸੀ ਹੈ, ਨਹਿਰੂ ਪਾਲਿਸੀ ਤੋਂ ਜਦੋਂ ਥਿੜਕਦੇ ਆ ਨਾ ਉਦੋਂ ਮਾਰ ਖਾਂਦੇ। ਔਰ ਉਹ ਥਿੜਕਣ ਦਾ ਨਤੀਜਾ ਆਪਾਂ ਬੜੀ ਵਾਰੀ ਗੱਲ ਕੀਤੀ ਹੈ। ਬਾਬਰੀ ਮਸਜਿਦ ਵਾਲੀ ਥਾਂ ਦੇ ਉੱਤੇ ਜਿਹੜੇ ਉਹ ਕਹਿੰਦੇ ਸੀ ਰਾਮ ਜਨਮ ਭੂਮੀ ਹੈ, ਉਹਦੇ ਕੁਆੜ ਕਿਹਨੇ ਖਿਲਾਏ ਸੀ? ਰਾਜੀਵ ਗਾਂਧੀ ਨੇ ਖਿਲਵਾਏ ਸੀ। ਤੇ ਉੱਥੋਂ ਪਤਨ ਸ਼ੁਰੂ ਹੋਇਆ ਕਾਂਗਰਸ ਪਾਰਟੀ ਦਾ। ਪਤਨ ਹੁੰਦਾ ਕਿੱਥੇ? ਯੂਪੀ ਦੇ ਵਿੱਚ ਹੁਣ ਤੁਸੀਂ ਫਿਰਦੀ ਹੈ ਬੀਬੀ ਪ੍ਰਿੰਕਾ ਗਾਂਧੀ, ਜੋ ਦੁਬਾਰਾ ਜ਼ਮੀਨ ਟੋਲਦੀ, ਪਰ ਉਹ ਜ਼ਮੀਨ ਤਾਂ ਉਹਦੇ ਪਿਓ ਵੇਲੇ ਦੀ ਗਈ ਵੀ ਹੈ, ਜਿਹੜੀ ਇੱਕ ਵਾਰੀ ਖੁੱਸ ਜੇ ਜੀ। ਬਿਲਕੁਲ ਅਗਲਾ ਕਿੱਥੇ ਵੜਨ ਦਿੰਦਾ ਹੀ ਛੇਤੀ ਕੀਤੀ ਤੁਸੀਂ। ਕਬਜ਼ਾ ਜਦੋਂ ਦੂਜੇ ਦਾ ਹੋ ਗਿਆ ਨਾ, ਗਰਦੌਰੀ ਹੋ ਜੇ ਜੀ, ਇਹ ਤਾਂ ਫੇਰ ਵੀ ਵਿਕ ਗਈ ਹੈ। ਗਰਦੌਰੀ ਹੋ ਜੇ ਅਗਲਾ ਫੇਰ ਨਹੀਂ ਵੜਨ ਦਿੰਦਾ। ਬਿਲਕੁਲ ਜੀ, ਬਿਲਕੁਲ ਇਹ ਚੀਜ਼ ਹੈ। ਸੋ ਬਹੁਤ ਬਹੁਤ ਸ਼ੁਕਰੀਆ ਢਿੱਲੋਂ ਸਾਹਿਬ, ਮਿਹਰਬਾਨੀ ਜੀ। ਸੋ ਪ੍ਰੋਗਰਾਮ ਸ਼ਮਾਦਾਨ ਬਾਦਸਤੂਰ ਜਾਰੀ ਰਹੇਗਾ। ਫਿਲਹਾਲ ਇੱਕ ਬ੍ਰੇਕ ਤੋਂ ਬਾਅਦ ਫਿਰ ਮਿਲਦੇ ਹਾਂ।